ਕੀ ਆਮ ਆਦਮੀ ਪਾਰਟੀ ਕੋ ਆਪਣਾ ਕੋਈ ਵਲੰਟੀਅਰ ਨਹੀਂ ਸੀਗਾ ਵੀ ਕੀ ਇਹੋ ਹੀ ਬਦਲਾਵ ਸੀ ਇਹਨਾਂ ਦਾ ਵੀ ਇਹਨਾਂ ਨੇ ਦੂਜੀ ਪਾਰਟੀਆਂ ਦੇ ਵਿੱਚੋਂ ਲੀਡਰ ਲੈਣੇ ਸੀਗੇ। ਕਿਸੇ ਨੇ ਲੋਕਾਂ ਦੀ ਸੇਵਾ ਨਹੀਂ ਕਰਨੀ। ਤੁਸੀਂ ਦੇਖੋ ਇਹਨਾਂ ਦੀ ਪ੍ਰਾਪਰਟੀ ਜਦੋਂ ਇਹ ਐਮਐਲਏ ਜਾਂ ਲੀਡਰ ਨਹੀਂ ਹੁੰਦੇ ਉਦੋਂ ਕੀ ਹੁੰਦੀ ਹੈ, ਤੇ ਜਦੋਂ ਇਹ ਲੀਡਰ ਉੱਤੇ ਛੱਡੋ ਜਦੋਂ ਕਾਉਂਸਲਰ ਹੀ ਬਣ ਜਾਂਦੇ ਨੇ, ਐਮਐਲਏ ਤਾਂ ਬਹੁਤ ਦੂਰ ਦੀ ਗੱਲ ਆ, ਤੇ ਉਦੋਂ ਹੀ ਇਹਨਾਂ ਦੀ ਪ੍ਰਾਪਰਟੀ ਕਿੱਥੇ ਜਾ ਪਹੁੰਚਦੀ ਹੈ। ਟਵਿੱਟਰ ਤੇ ਬੋਲਣਾ ਸ਼ੁਰੂ ਕੀਤਾ ਤੇ ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਆਵਾਜ਼ ਚੁੱਕਣ ਤੋਂ ਬਾਅਦ ਹੀ ਹਾਈ ਕਮਾਨ ਨੂੰ ਮਜਬੂਰ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਪਿਆ ਸੀਗਾ 6 ਮਹੀਨੇ ਪਹਿਲਾਂ। ਤੇ ਹਾਲਾਂਕਿ ਫਿਰ ਵੀ ਨਵਜੋਤ ਸਿੰਘ ਸਿੱਧੂ ਨਹੀਂ ਬਣ ਪਾਏ ਮੁੱਖ ਮੰਤਰੀ। ਸਰਕਾਰਾਂ ਜੇ ਚਾਹਣ ਤੇ ਕੀ ਨਹੀਂ ਕਰ ਸਕਦੀਆਂ, ਜਾਂ ਤੇ ਸਰਕਾਰਾਂ ਆਪ ਹੀ ਲੋਕਾਂ ਨੂੰ ਖੁਸ਼ਹਾਲ ਨਹੀਂ ਹੋਣ ਦੇਣਾ ਚਾਹੁੰਦੀਆਂ ਵੀ ਜੇ ਖੁਸ਼ਹਾਲ ਹੋ ਗਏ, ਪ੍ਰੋਸਪੈਰਿਟੀ ਆ ਗਈ ਤੇ ਫਿਰ ਲੀਡਰਾਂ ਨੂੰ ਕੌਣ ਪੁੱਛੂਗਾ। ਦੇਖੋ ਜੇਲ੍ਹਾਂ ਕ੍ਰਾਈਮ ਦਾ ਅੱਡਾ ਬਣ ਗਈਆਂ ਨੇ, ਜੇਲ੍ਹਾਂ 'ਚੋਂ ਬਹਿ ਕੇ ਫਰੌਤੀਆਂ ਮੰਗੀਆਂ ਜਾਂਦੀਆਂ, ਜੇਲ੍ਹਾਂ 'ਚੋਂ ਬਹਿ ਕੇ ਡਿਸਾਈਡ ਕੀਤਾ ਜਾਂਦਾ ਵੀ ਕਿਹਨੂੰ ਮਾਰਨਾ ਹੈ। ਚੂਹੇ ਬਿੱਲੀ ਦਾ ਖੇਡ ਜਿਹੜਾ ਜਾਰੀ ਹੈ, ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਜਿੰਨਾ ਚਿਰ ਕਾਰਵਾਈ ਸਖਤ ਨਹੀਂ ਹੋਏਗੀ। ਮੈਨੂੰ ਨਹੀਂ ਲੱਗਦਾ ਅੱਜ ਤੱਕ ਕਦੀ ਇਹਨਾਂ ਨੇ ਕਿਸੇ ਦੀ ਅਵੈਧ ਬਿਲਡਿੰਗ ਜਿਹੜੀ ਬਣੀ ਹੋਏ ਜਾਂ ਅਵੈਧ ਹੋਟਲ ਬਣਿਆ ਹੋਵੇ, ਕਾਰਪੋਰੇਸ਼ਨ ਨੇ ਢਾਇਆ ਹੋਵੇ ਵੀ ਤਾਂ ਕਿ ਆਸ-ਪਾਸ ਇੱਕ ਮੈਸੇਜ ਚਲਾ ਜਾਏ। ਇਹ ਐਡੇ ਢੀਠ ਤੇ ਮੋਟੀ ਚਮੜੀ ਦੇ ਲੋਕ ਨੇ ਜਿਹੜੇ ਡੀਪੂ ਵਾਲੇ, ਚੱਕੀ ਵਾਲੇ ਤੇ ਇਹ ਮਿਲ ਕੇ ਆਪਸ ਦੇ ਵਿੱਚ ਫੂਡ ਸਪਲਾਈ ਡਿਪਾਰਟਮੈਂਟ ਦੇ ਲੋਕ ਪੈਸਾ ਖਾ ਰਹੇ ਨੇ, ਅਨਾਜ ਖਾ ਰਹੇ ਨੇ। ਉਮੀਦ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਪ ਸਾਹਮਣੇ ਆ ਕੇ ਇਹ ਗੱਲ ਕਰਨਗੇ ਤੇ ਦੱਸਣਗੇ ਵੀ ਕਿਹੜੇ-ਕਿਹੜੇ ਲੋਕ ਨੇ ਜਿਹੜੇ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਨੇ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਇੰਦਰਜੀਤ। ਸਾਡੇ ਅੱਜ ਦੇ ਪ੍ਰੋਗਰਾਮ ਖਰੀਆਂ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ D4U ਨਿਊਜ਼ ਦੇ ਸੰਪਾਦਕ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਭੰਡਾਰੀ ਸਾਹਿਬ, ਜਲੰਧਰ ਵਿੱਚ ਜ਼ਿਮਨੀ ਚੋਣਾਂ ਜੀ ਨੂੰ ਲੈ ਕੇ ਜਿਹੜੀਆਂ ਪਾਰਟੀਆਂ, ਸਾਰੀਆਂ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਨੇ। ਬੀਤੇ ਦਿਨੀ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਨੇ, ਕਾਂਗਰਸ ਦੇ MLA ਰਹੇ ਨੇ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ। ਉਸ ਤੋਂ ਬਾਅਦ ਉਹਨਾਂ ਨੇ ਟਿਕਟ ਵੀ ਦੇ ਦਿੱਤੀ ਉਹਨਾਂ ਨੂੰ। ਹੁਣ ਪਰ ਕੱਲ੍ਹ ਇਹ ਵੀ ਇੱਕ ਚਰਚਾ ਆਈ ਖਬਰ 'ਚ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਨੇ। ਦੇਖੋ, ਪਹਿਲੇ ਤਾਂ ਗੱਲ ਕਰਾਂਗੇ ਸੁਸ਼ੀਲ ਕੁਮਾਰ ਰਿੰਕੂ ਦੀ। ਉਹਨਾਂ ਨੂੰ 2 ਦਿਨ ਪਹਿਲਾਂ ਹੀ ਸ਼ਾਮਲ ਕਰਵਾਇਆ ਗਿਆ। ਕੁਝ ਘੰਟਿਆਂ ਬਾਅਦ ਹੀ, ਮਤਲਬ ਅਜੇ 24 ਘੰਟੇ ਵੀ ਨਹੀਂ ਸੀ ਬੀਤੇ ਦੀ ਖਬਰ ਆ ਜਾਂਦੀ ਕਿ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਲੋਕ ਸਭਾ ਜ਼ਿਮਨੀ ਚੋਣਾਂ ਦੀ ਜਲੰਧਰ ਦੇ ਵਿੱਚ। ਜੀ ਤੁਹਾਨੂੰ ਪਤਾ ਹੀ ਕਿ ਪਹਿਲੋਂ ਇੱਥੋਂ ਕਾਂਗਰਸ ਦੇ ਜਿਹੜੇ ਸੰਤੋਖ ਸਿੰਘ ਚੌਧਰੀ ਸੀਗੇ, ਉਹਨਾਂ ਦੀ ਮੌਤ ਹੋ ਗਈ ਸੀ, ਹਾਰਟ ਅਟੈਕ ਹੋ ਗਿਆ ਸੀ ਉਹਨਾਂ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ। ਤੇ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਟਿਕਟ ਦੇ ਦਿੱਤੀ ਗਈ ਜੀ। ਹੁਣ ਆਮ ਆਦਮੀ ਪਾਰਟੀ ਦਾਅਵੇ ਤੇ ਕਰਦੀ ਸੀਗੀ ਵੀ ਸਾਡੇ ਕੋਲ ਬਹੁਤ ਸਾਰੇ ਉਮੀਦਵਾਰ ਹੈ। ਤੁਹਾਨੂੰ ਵੀ ਯਾਦ ਹੋਣਾ ਕਿ 92 ਸੀਟਾਂ ਲੋਕਾਂ ਨੇ ਇਹਨੂੰ ਜਿਤਾਈਆਂ, ਇਹਨਾਂ ਨੂੰ ਵੱਡਾ ਮੈਂਡੇਟ ਦਿੱਤਾ, ਬਦਲਾਵ ਦੀ ਰਾਜਨੀਤੀ ਦੀ ਗੱਲ ਕਰਕੇ ਆਏ ਸੀਗੇ। ਪਰ ਇਹ ਦੇਖੋ ਕੋਈ ਹੁਣ ਇਹ ਚਰਚੇ ਹੈ ਕਿ ਕੀ ਆਮ ਆਦਮੀ ਪਾਰਟੀ ਕੋ ਆਪਣਾ ਕੋਈ ਵਲੰਟੀਅਰ ਨਹੀਂ ਸੀਗਾ ਵੀ ਕੀ ਇਹੋ ਹੀ ਬਦਲਾਵ ਸੀ ਇਹਨਾਂ ਦਾ ਵੀ ਇਹਨਾਂ ਨੇ ਦੂਜੀ ਪਾਰਟੀਆਂ ਦੇ ਵਿੱਚੋਂ ਲੀਡਰ ਲੈਣੇ ਸੀਗੇ। ਪਰ ਇਹ ਕੋਈ ਪਹਿਲੀ ਆਮ ਆਦਮੀ ਪਾਰਟੀ, ਦੇਖੋ ਰਾਜਨੀਤੀ ਹਮੇਸ਼ਾ ਇਸ ਤਰ੍ਹਾਂ ਰਹੀ ਹੈ, ਰਾਜਨੀਤੀ ਕਦੀ ਬਦਲਣੀ ਨਹੀਂ। ਲੋਕਾਂ ਨੂੰ ਸਿਰਫ ਸੋਚਣਾ ਪਏਗਾ ਕਿ ਸਾਡੇ ਲਈ ਕਿਹੜਾ ਜਿਹੜਾ ਲੀਡਰ ਹੈ ਉਹ ਚੰਗਾ ਹੈ, ਕਿਹੜੀ ਪਾਰਟੀ ਦੀ ਆਈਡੀਓਲੋਜੀ ਚੰਗੀ ਹੈ, ਜਿਹੜਾ ਕਿ ਦੇਸ਼ ਨੂੰ ਜਾਂ ਪੰਜਾਬ ਨੂੰ ਇਸ ਵੇਲੇ ਬੁਰੇ ਦੌਰ ਚੋਂ ਕੱਢ ਸਕੇ। ਸਿਰਫ ਇਹ ਹੀ ਨਹੀਂ ਵੀ ਪਹਿਲੇ ਉਹ ਕਾਂਗਰਸੀ ਸੀ ਤੇ ਲੋਕ ਉਹਨੂੰ ਵੋਟਾਂ ਪਾ ਦਿੰਦੇ ਸੀ, ਹੁਣ ਉਹ ਆਮ ਆਦਮੀ ਪਾਰਟੀ ਦਾ ਹੋ ਗਿਆ। ਪਹਿਲੋਂ ਆਮ ਆਦਮੀ ਪਾਰਟੀ ਤੇ BJP ਦੇ ਲੀਡਰਾਂ ਦੇ ਉੱਤੇ ਕਟਾਕਸ਼ ਕਰਦਾ ਸੀ, ਹੁਣ ਉਹ ਕਾਂਗਰਸ ਤੇ ਵੀ ਕਟਾਕਸ਼ ਕਰਨ ਲੱਗੇਗਾ। ਇਹ ਰਾਜਨੀਤੀ ਇਸ ਤਰ੍ਹਾਂ ਹੀ ਰਹਿਣੀ ਹੈ। ਤੁਹਾਨੂੰ ਇਹ ਵੀ ਯਾਦ ਹੋਣਾ 2022 ਦੇ ਵਿੱਚ ਹੁਣੇ ਚੁਣਾਵ ਹੋ ਕੇ ਹਟੇ ਨੇ ਵਿਧਾਨ ਸਭਾ, 40 ਤੋਂ ਵੱਧ ਐਸੇ ਕੈਂਡੀਡੇਟ ਸੀਗੇ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਲਏ ਗਏ ਸੀ ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਤੇ ਫਿਰ ਉਹ ਮੰਚਾਂ ਤੇ ਆ ਕੇ ਬੜੀਆਂ ਗੱਲਾਂ ਕਰਦੇ ਆ, ਮੈਂ ਆਈਡੀਓਲੋਜੀ ਤੋਂ ਪ੍ਰਭਾਵਿਤ ਹੋ ਗਿਆ, ਮੈਨੂੰ ਇਹ ਚੰਗੀ ਲੱਗਦੀ ਹੈ, ਲੋਕਾਂ ਦੀ ਸੇਵਾ। ਦੇਖੋ ਪਹਿਲੀ ਗੱਲ ਤੇ ਇਹਨਾਂ ਨੇ ਕਿਸੇ ਨੇ ਲੋਕਾਂ ਦੀ ਸੇਵਾ ਨਹੀਂ ਕਰਨੀ। ਤੁਸੀਂ ਦੇਖੋ ਇਹਨਾਂ ਦੀ ਪ੍ਰਾਪਰਟੀ ਜਦੋਂ ਇਹ MLA ਜਾਂ ਲੀਡਰ ਨਹੀਂ ਹੁੰਦੇ ਉਦੋਂ ਕੀ ਹੁੰਦੀ ਹੈ, ਤੇ ਜਦੋਂ ਇਹ ਲੀਡਰ ਉੱਤੇ ਛੱਡੋ ਜਦੋਂ ਕਾਉਂਸਲਰ ਹੀ ਬਣ ਜਾਂਦੇ ਨੇ, MLA ਤਾਂ ਬਹੁਤ ਦੂਰ ਦੀ ਗੱਲ ਆ, ਤੇ ਉਦੋਂ ਹੀ ਇਹਨਾਂ ਦੀ ਪ੍ਰਾਪਰਟੀ ਕਿੱਥੇ ਜਾ ਪਹੁੰਚਦੀ ਹੈ। ਇਹੋ ਜਿਹੇ ਕਾਉਂਸਲਰ ਜਿਹੜੇ ਸਾਈਕਲ ਤੇ ਹੁੰਦੇ ਸੀ, ਮੁੜ ਕੇ ਉਹਨਾਂ ਕੋਲ ਮਹਿੰਗੀਆਂ ਕਾਰਾਂ ਸੀਗੀਆਂ। ਇਸ ਕਰਕੇ ਇਹ ਲੋਕਾਂ ਨੂੰ ਸੋਚਣਾ ਸੀ ਤੇ ਵਾਰ-ਵਾਰ ਇਹ ਕਹਿੰਦੇ ਆ। ਤੇ ਹੁਣ ਆਮ ਆਦਮੀ ਪਾਰਟੀ ਦੇਖੋ ਨਾ, 10 ਸਾਲ ਪਹਿਲੇ, 10 ਸਾਲ ਵੀ ਨਹੀਂ ਹੋਏ ਉਹਨੂੰ ਹੋਣ 'ਚ ਆਇਆ। ਹੁਣ ਹੁਣੇ 2014 ਦੇ ਵਿੱਚ ਇਹਨਾਂ ਨੇ ਪਹਿਲਾ ਇਲੈਕਸ਼ਨ ਲੜਿਆ ਸੀ ਆਪਣਾ ਲੋਕ ਸਭਾ ਪੰਜਾਬ 'ਚੋਂ ਹੀ, 24 ਆਉਣਾ ਅਜੇ। ਤੇ ਇਹਨਾਂ ਨੇ ਦੇਖੋ ਹੁਣ ਰਿੰਕੂ ਸਾਹਿਬ ਜਿੱਤਦੇ ਹੈ ਕਿ ਹਾਰਦੇ ਹੈ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਕਾਂਗਰਸ ਦੀ ਟੱਕਰ ਕਾਂਗਰਸ ਨਾਲ ਹੈ ਜੀ।
ਫਿਰ ਗੱਲ ਉਹੀ ਹੈ ਕਿ ਲੋਕਾਂ ਨੂੰ ਸੋਚਣਾ ਵੀ ਅਸੀਂ ਜਿਹਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਜਾਂ ਫਿਰ ਵਿਧਾਨ ਸਭਾ ਦੇ ਵਿੱਚ ਭੇਜ ਰਹੇ ਹਾਂ ਕੀ ਉਹ ਸਾਡੀ ਮੁਸ਼ਕਲਾਂ ਦਾ ਹੱਲ ਕਰੇਗਾ। ਇੱਕ ਲੋਕ ਸਭਾ ਦੇ ਵਿੱਚ ਕਰੀਬ 9-10 ਲੱਖ ਵੋਟਰ ਆਉਂਦੇ ਆ ਪ੍ਰਿੰਸ ਜੀ, ਕਈ ਥਾਵਾਂ ਤੇ ਜ਼ਿਆਦਾ ਵੋਟਰ ਵੀ ਹੈ ਤੇ ਬਹੁਤ ਸਾਰੇ ਇਲਾਕੇ ਹੈ ਜਿਨ੍ਹਾਂ ਦੇ ਵਿੱਚ ਪਹੁੰਚਿਆ ਨਹੀਂ ਜਾਂਦਾ। ਦੇਖੋ 10 ਤਰੀਕ ਨੂੰ ਵੋਟਾਂ ਪੈਣੀਆਂ ਤੇ ਅੱਜ ਹੋ ਗਈ ਹੈ ਮੇਰਾ ਖਿਆਲ 7 ਅਪ੍ਰੈਲ ਹੋ ਗਈ ਹੈ ਤੇ ਇਹਨਾਂ 30-35 ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ। ਜੇ 10 ਲੱਖ ਬੰਦੇ 'ਚ ਪਹੁੰਚ ਕਰਨੀ ਹੋਵੇ ਤੇ ਬਹੁਤ ਮੁਸ਼ਕਲ ਹੈ ਜੀ। ਤੇ ਲੋਕ ਗੱਲ ਤੇ ਫਿਰ ਇਹ ਵੀ ਸਵਾਲ ਸਭ ਤੋਂ ਵੱਡਾ ਹੁੰਦਾ ਕਿ ਲੋਕਾਂ ਨੂੰ ਕੀ ਮਿਲਿਆ। ਲੀਡਰਾਂ ਨੂੰ ਕਿਸੇ ਨੂੰ ਤੇ ਐਮਐਲਏਸ਼ਿਪ ਮਿਲ ਗਈ। ਬਹੁਤ ਸਾਰੇ ਕਾਂਗਰਸੀ ਜਿਹੜੇ ਦੇਖੋ ਨਾ ਮੰਤਰੀਸ਼ਿਪ ਹਟਾ ਚੁੱਕੇ ਸੀ ਉਹ ਵੀ ਜਾਂ ਤੇ ਬੀਜੇਪੀ ਚਲੇ ਗਏ ਬਹੁਤ ਸਾਰੇ। ਤੇ ਇਹ ਵੀ ਗੱਲ ਠੀਕ ਹੈ ਵੀ ਜਦੋਂ ਬਹੁਤ ਸਾਰੀ ਪਾਰਟੀਆਂ ਆਰੋਪ ਪ੍ਰਤਿਆਰੋਪ ਲਗਾਉਂਦੀਆਂ ਪਰ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਵੀ ਜਦੋਂ ਇਹ ਕਿਸੇ ਖਾਸ ਪਾਰਟੀ 'ਚੋਂ ਚਲੇ ਜਾਂਦੇ ਨੇ ਤੇ ਉਦੋਂ ਫਿਰ ਉਹਨਾਂ ਦੇ ਪੁਰਾਣੇ ਗੁਨਾਹ ਮਾਫ ਹੋ ਜਾਂਦੇ ਨੇ, ਉਹਨਾਂ ਨੂੰ ਵੱਡੇ ਅਹੁਦੇ ਵੀ ਦਿੱਤੇ ਜਾਂਦੇ ਨੇ। ਇਹ ਤੇ ਚਲੋ ਇਹ ਤੇ ਲੀਡਰਾਂ ਨੇ ਤੇ ਉਹ ਕੁਝ ਕਰਨਾ ਹੈ, ਗੱਲ ਤੇ ਹੈਗੀ ਲੋਕਾਂ ਦੀ। ਲੋਕਾਂ ਨੂੰ ਇਹ ਸੋਚਣਾ ਪਏਗਾ ਵੀ ਅਸੀਂ ਕੀ ਕਰਨਾ ਹੈ। ਹੁਣ ਤੁਸੀਂ ਗੱਲ ਕੀਤੀ ਚਰਨਜੀਤ ਸਿੰਘ ਚੰਨੀ ਦੀ, ਕੱਲ ਬੜੀ ਚਰਚਾ ਸੀਗੀ, 5-6 ਘੰਟੇ ਚਰਚਾ ਚੱਲਦੀ ਰਹੀ ਵੀ ਚਰਨਜੀਤ ਸਿੰਘ ਚੰਨੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਤੇ ਉਹਨਾਂ ਨੂੰ ਲੋਕ ਸਭਾ ਜਿਮਨੀ ਚੋਣਾਂ ਦੇ ਵਿੱਚ ਬੀਜੇਪੀ ਆਪਣਾ ਉਮੀਦਵਾਰ ਬਣਾਏਗੀ। ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਬਾਅਦ ਚੋਂ ਇਸ ਗੱਲ ਤੇ ਇਨਕਾਰ ਕੀਤਾ ਹੈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਮੈਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ ਹੈ। ਇੱਕ ਆਮ ਜਿਹੇ ਬੰਦੇ ਨੂੰ ਪਹਿਲੇ ਮੰਤਰੀ ਬਣਾਇਆ ਫਿਰ ਮੁੱਖ ਮੰਤਰੀ ਬਣਾਤਾ। ਪਰ ਦੇਖੋ ਨਾ ਜਿਸ ਤਰ੍ਹਾਂ ਈਡੀ ਦੀ ਕਾਰਵਾਈ ਇਹਨਾਂ ਤੇ ਚੱਲ ਰਹੀ ਸੀ ਤੇ ਜੇ ਚਲੇ ਜਾਣ ਇਹ ਕਿਆਸ ਲਾਏ ਜਾ ਰਹੇ ਸੀ ਤੇ ਹੋ ਸਕਦਾ ਫਿਰ ਈਡੀ ਇਹਨਾਂ ਦੇ ਪਿੱਛੋਂ ਲੱਥ ਜਾਵੇ। ਇਹਨਾਂ ਦੇ ਭਾਂਜੇ ਤੇ ਕਿਸ ਤਰ੍ਹਾਂ ਕਿਹਨੂੰ ਯਾਦ ਨਹੀਂ ਹੈ ਵੀ 8 ਕਰੋੜ ਉਹਨਾਂ ਦੇ ਘਰੋਂ ਫੜਿਆ ਗਿਆ ਸੀਗਾ। ਆਰੋਪ ਲੱਗੇ ਸੀ ਕਿ ਪੈਸੇ ਲੈ ਕੇ ਬਦਲੀਆਂ ਹੁੰਦੀਆਂ। ਇਹ ਸਾਰੀਆਂ ਗੱਲਾਂ ਇਸ ਕਰਕੇ ਹਜੇ ਤੱਕ ਇਹ ਕੋਈ ਸਾਹਮਣੇ ਨਹੀਂ ਆਇਆ ਪਰ ਬੀਜੇਪੀ ਨੂੰ ਕੋਈ ਉਮੀਦਵਾਰ ਉੱਥੇ ਲੱਭ ਨਹੀਂ ਰਿਹਾ। ਇਸ ਕਰਕੇ ਬੀਜੇਪੀ ਕੀ ਕਿਸੇ ਕਾਂਗਰਸ ਦੇ ਲੀਡਰ ਨੂੰ ਤੋੜ ਕੇ ਲਿਆਏਗੀ ਉੱਥੋਂ ਤੇ ਜਾਂ ਆਪਣਾ ਕੋਈ ਉਮੀਦਵਾਰ ਘੋਸ਼ਿਤ ਕਰੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਡਾਕਟਰ ਸਾਹਿਬ, ਨਸ਼ਿਆਂ ਨੂੰ ਲੈ ਕੇ ਹਮੇਸ਼ਾ ਰੌਲਾ ਪੈਂਦਾ ਰਿਹਾ। ਕਈ ਰਿਪੋਰਟਾਂ ਸੀਲਬੰਦ ਵੀ ਨੇ, ਕਈ ਹੁਣ ਦੱਸਿਆ ਜਾ ਰਿਹਾ ਕਿ ਖੋਲ੍ਹਿਆ ਵੀ ਨੇ। ਭਗਵੰਤ ਮਾਨ ਜੀ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਵੀ ਸੀਗਾ ਕਿ ਰਿਪੋਰਟਾਂ ਸਾਡੇ ਤੱਕ ਪਹੁੰਚ ਵੀ ਗਈਆਂ ਨੇ ਤੇ ਛੇਤੀ ਹੀ ਉਹਨਾਂ ਨੂੰ ਨਸ਼ਰ ਕੀਤਾ ਜਾਵੇਗਾ। ਤੇ ਹੁਣ ਇੱਕ ਨਿੱਜੀ ਅਖਬਾਰ ਵਿੱਚ ਵੀ ਇਹ ਰਿਪੋਰਟਾਂ ਨਸ਼ਰ ਹੋਈਆਂ ਨੇ। ਦੇਖੋ ਬਹੁਤ ਸਾਰਾ ਰੌਲਾ ਪੈਂਦਾ ਸੀਗਾ। ਇਹ ਗੱਲ ਤਾਂ 2013 ਦੇ ਵਿੱਚ ਹਾਈ ਕੋਰਟ ਨੇ ਸੂ ਮੋਟੋ ਲੈ ਕੇ ਇੱਕ ਜਿਹੜੀ ਕਮੇਟੀ ਬਣਾਈ ਸੀ। 2018 ਦੇ ਵਿੱਚ ਇੱਕ ਕਮੇਟੀ ਨੇ ਇਹ ਰਿਪੋਰਟਾਂ ਹਾਈ ਕੋਰਟ 'ਚ ਜਮ੍ਹਾਂ ਕਰਾਤੀਆਂ ਸੀ ਜੀ। ਬਹੁਤ ਰੌਲਾ ਪੈਂਦਾ ਰਿਹਾ ਵੀ ਆਖਿਰਕਾਰ ਕਿਉਂ ਇਹ ਰਿਪੋਰਟਾਂ ਖੁੱਲ੍ਹ ਨਹੀਂ ਰਹੀਆਂ। ਉਹਦੇ 'ਚ ਅਸੀਂ ਵੀ ਜਿੰਨਾ ਕੁ ਯੋਗਦਾਨ ਪਾ ਸਕਦੇ ਸੀ ਪਾਇਆ ਵੀ ਕਿਉਂ ਜੇ ਰਿਪੋਰਟਾਂ ਬਣੀਆਂ ਹੀ ਨਹੀਂ ਤੇ ਖੁੱਲ੍ਹਣੀਆਂ ਚਾਹੀਦੀਆਂ। ਇਹ ਕਿਆਸ ਲਾਏ ਜਾ ਰਹੇ ਸੀ ਕਿ ਵੀ ਇਹਨਾਂ ਰਿਪੋਰਟਾਂ ਦੇ ਵਿੱਚ ਬਹੁਤ ਸਾਰੇ ਪੁਲਿਸ ਅਫਸਰਾਂ ਦੇ ਨਾਂ ਹੈ, ਬਹੁਤ ਸਾਰੇ ਲੀਡਰਾਂ ਦੇ ਨਾਂ ਹੈ। ਪਰ ਹੁਣ ਜਿਹੜੀ ਸਾਹਮਣੇ ਆਈ ਹੈ ਰਿਪੋਰਟ ਇੱਕ ਇਨਵੈਸਟੀਗੇਟਿਵ ਜਰਨਲਿਸਟ ਨੇ ਕੀਤੀ ਹੈ। ਮੇਰੇ ਬਹੁਤ ਦੋਸਤ ਨੇ ਚੰਗੇ ਜਿਨ੍ਹਾਂ ਨੇ ਰਿਪੋਰਟ ਨਸ਼ਰ ਕੀਤੀ ਹੈ। ਉਹਨਾਂ ਨੇ ਪੂਰਵ ਇੱਕ ਐਸਐਸਪੀ ਸੀਗੇ ਰਾਜਜੀਤ ਤੇ ਜਲੰਧਰ ਦੇ ਇੱਕ ਵੱਡਾ ਕੋਈ ਮੈਰਿਜ ਪੈਲੇਸ ਹੈ, ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਹਨਾਂ ਨੇ ਕਹਿਤਾ ਕਿ ਬਰਖਾਸਤ ਜਿਹੜਾ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਾਲ ਇਹਨਾਂ ਦੇ ਕੋਈ ਵੀ ਸਬੂਤ ਨਹੀਂ ਮਿਲੇ ਨੇ। ਤਿੰਨੇ ਰਿਪੋਰਟਾਂ ਖੁੱਲੀਆਂ ਜਾਂ ਕਿ ਸਰਕਾਰ ਨੇ ਆਪਣੇ ਵੱਲੋਂ ਇਹ ਰਿਪੋਰਟਾਂ ਨਹੀਂ ਖੋਲੀਆਂ ਪਰ ਇਹ ਜਿਹੜੀਆਂ ਰਿਪੋਰਟ ਨਸ਼ਰ ਹੋਈ ਹੈ ਉਹ 'ਚ ਤੇ ਇਹ ਦੱਸਿਆ ਜਾ ਰਿਹਾ ਹੈ। ਹੁਣ ਇਹ ਕਿਹਾ ਵੀ ਜਿਹੜਾ ਇੰਸਪੈਕਟਰ ਜਿਹੜਾ ਇੰਦਰਜੀਤ ਸਿੰਘ ਸੀ ਤੇ ਮੋਗਾ ਦਾ ਜਿਹੜੇ ਸੀਗੇ ਐਸਐਸਪੀ ਸਾਬਕਾ ਰਾਜਜੀਤ ਸਿੰਘ, ਉਹਨਾਂ ਦੇ ਸੰਬੰਧਾਂ ਦੀ ਜਾਂਚ ਕੀਤੀ ਪਰ ਰਾਜਜੀਤ ਨੂੰ ਕਿਸੇ ਵੀ ਤਸਕਰੀ ਦੇ ਮਾਮਲੇ ਦੇ ਵਿੱਚ ਸ਼ਾਮਲ ਨਹੀਂ ਪਾਇਆ ਗਿਆ। ਹੁਣ ਐਸਆਈਟੀ ਨੇ ਇਹ ਕਿਹਾ ਵੀ ਜੇ ਸਰਕਾਰ ਚਾਹੇ ਤੇ ਇਹਨਾਂ ਦੀਆਂ ਸੰਪਤੀਆਂ ਦੀ ਜਾਂਚ ਕਰਾ ਸਕਦੀ ਹੈ। ਇਹ ਤੁਹਾਨੂੰ ਦੱਸ ਦਈਏ ਕਿ ਡਰੱਗ ਰੈਕਟ 'ਚ ਫਸੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਹਾਈ ਕੋਰਟ ਨੇ 15 ਦਸੰਬਰ 2017 ਨੂੰ 3 ਮੈਂਬਰਾਂ ਦੀ ਜਿਹੜੀ ਕਮੇਟੀ ਗਠਨ ਕੀਤੀ ਸੀ। ਉਹਦੇ 'ਚ ਬਣਾਏ ਸੀ ਜਿਹੜੇ ਸਿਧਾਰਥ ਚਟੋਪਾਧਿਆਏ ਸੀਗੇ, ਏਡੀਜੀ ਕਮ ਡਾਇਰੈਕਟਰ ਆਫ ਬਿਊਰੋ ਆਫ ਇਨਵੈਸਟੀਗੇਸ਼ਨ ਸੀਗੇ ਪ੍ਰਮੋਦ ਕੁਮਾਰ ਤੇ ਆਈਜੀ ਸੀਗੇ ਕੁੰਵਰ ਵਿਜੇ ਪ੍ਰਤਾਪ ਸਿੰਘ। ਇਹਨਾਂ ਨੇ ਇਹ ਰਿਪੋਰਟਾਂ ਦਿੱਤੀਆਂ ਤੇ ਰਿਪੋਰਟਾਂ ਇਹਨਾਂ ਨੇ 1 ਫਰਵਰੀ 2018 ਨੂੰ ਤੇ 15 ਮਾਰਚ 2018 ਨੂੰ ਤੇ 8 ਮਈ 2018 ਨੂੰ ਸੀਲਬੰਦ ਜਿਹੜੀਆਂ ਉੱਥੇ ਰਿਪੋਰਟਾਂ ਪੇਸ਼ ਕਰਤੀਆਂ ਤੇ ਉਸ ਤੋਂ ਬਾਅਦ ਸਿਧਾਰਥ ਚਟੋਪਾਧਿਆਏ ਨੇ ਇੱਕ ਆਪਣੀ ਰਿਪੋਰਟ ਵੀ ਜਿਹੜੀ ਸੀ ਉਹ ਉੱਥੇ ਜਿਹੜੀ ਹਾਈ ਕੋਰਟ 'ਚ ਦਿੱਤੀ ਸੀਗੀ। ਉਹਦੇ 'ਚ ਇਕੱਲੇ ਉਹਨਾਂ ਦੇ ਹਸਤਾਖਰ ਸਨ। ਹੁਣ ਇਹ ਜਿਹੜੀ ਰਿਪੋਰਟ ਇਹ ਦੇਖੋ ਖੁੱਲੀ ਹੈ। ਇਹਦੇ 'ਚ ਕਿਹਾ ਗਿਆ ਇੰਦਰਜੀਤ ਸਿੰਘ 1993 ਤੋਂ ਲੈ ਕੇ 2017 ਤੱਕ CIA ਸਟਾਫ ਦਾ ਇੰਚਾਰਜ ਰਿਹਾ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ SHO ਵੀ ਤੈਨਾਤ ਰਿਹਾ। ਉਹਦੀ ਪ੍ਰਮੋਸ਼ਨ ਨੂੰ ਲੈ ਕੇ ਵੀ ਆਲਾ ਅਫਸਰਾਂ ਉਹਦੇ ਤੇ ਬੜੇ ਮਿਹਰਬਾਨ ਰਹੇ ਨੇ ਵੀ ਉਹਦੀ ਆਊਟ ਆਫ ਟਰਨ ਉਹਨੂੰ ਪ੍ਰਮੋਸ਼ਨ ਦਿੱਤੀ ਗਈ
ਵੀ 30 ਪੇਜਾਂ ਵਾਲੀ ਜਿਹੜੀ ਰਿਪੋਰਟ ਹੈ ਉਹਦੇ 'ਚ ਕਿਹਾ ਗਿਆ ਵੀ ਇਹਦੀਆਂ ਜਿਹੜੀ ਇੰਦਰਜੀਤ ਨੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਨਾ, ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇੰਦਰਜੀਤ ਨਾਲ ਇਹ ਮਾਮਲਾ ਕਿਉਂ ਜੁੜਿਆ ਹੈ ਵੀ ਤੁਹਾਨੂੰ ਦੱਸਾਂਗੇ, ਕਿਉਂਕਿ ਜੂਨ 2017 ਦੇ ਵਿੱਚ 4 ਕਿਲੋ ਹੈਰੋਇਨ ਦੇ ਨਾਲ ਇੰਦਰਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਤੇ ਉਹਦੇ ਘਰ ਤਲਾਸ਼ੀ ਲਈ ਜਾਂਦੀ ਜਦੋਂ, ਤੇ ਉੱਥੋਂ ਇੱਕ AK-47 ਜਿਹੜੀ ਹੈ ਮਿਲਦੀ ਹੈ, ਤੇ ਇੱਕ ਇਟਾਲੀਅਨ ਪਿਸਟਲ ਮਿਲਦਾ ਹੈ, 16 ਲੱਖ ਰੁਪਏ ਦੀ ਬ੍ਰਿਟਿਸ਼ ਕਰੰਸੀ ਮਿਲਦੀ ਹੈ। ਹੋਰ ਇਹ ਵੀ ਹੁੰਦਾ ਵੀ ਕਰੋੜਾਂ ਰੁਪਏ ਦੀ ਉਹਦੀ ਪ੍ਰਾਪਰਟੀ ਹੈ, ਇਹ ਵੀ ਖੁਲਾਸਾ ਹੁੰਦਾ ਹੈ। ਹੁਣ ਇਹ ਵੀ ਸਾਹਮਣੇ ਆ ਕਿ ਇਹ ਜਿਹੜਾ ਇੰਦਰਜੀਤ ਸਿੰਘ ਸੀਗਾ ਪਹਿਲੇ ਡਰੱਗ ਜਿਹੜੇ ਤਸਕਰ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦਾ ਸੀਗਾ, ਤੇ ਬਾਅਦ ਦੇ ਵਿੱਚ ਤਸਕਰਾਂ ਦੀ ਜ਼ਮੀਨ ਤੇ ਪ੍ਰਾਪਰਟੀ ਇਹ ਕਹਿ ਕੇ ਜਿਹੜੀ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਹੜਪ ਲੈਂਦਾ ਸੀ। ਕਹਿੰਦਾ ਵੀ ਤੁਸੀਂ ਤੇ ਬਣਾਈ ਹੈ ਡਰੱਗ ਦੇ ਕਾਰੋਬਾਰ ਦੇ ਨਾਲ, ਉੱਥੋਂ ਬਣਾਈਏ ਇਸ ਕਰਕੇ। ਤੇ ਉਸ ਤੋਂ ਬਾਅਦ ਇਹ ਜਿਹੜਾ ਬਾਅਦ ਦੇ ਵਿੱਚੋਂ ਇਹਦੀ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਪਤਾ ਲੱਗਿਆ ਵੀ ਇਹਦੇ ਬਹੁਤ ਸਾਰੇ ਤਸਕਰਾਂ ਨਾਲ ਸੰਬੰਧ ਹੈ। ਦੇਖੋ ਅਸੀਂ ਨਹੀਂ ਕਹਿੰਦੇ ਵੀ ਸਾਰੀ ਦੀ ਸਾਰੀ ਪੁਲਿਸ ਭ੍ਰਸ਼ਟ ਹੈ, ਪਰ ਕੁਝ ਕਾਲੀਆਂ ਭੇਡਾਂ ਐਸੀਆਂ ਜੇ ਪੁਲਿਸ ਨਾ ਚਾਵੇ ਤੇ ਕੋਈ ਗਲਤ ਕਾਰੋਬਾਰ ਨਹੀਂ ਹੋ ਸਕਦਾ। ਜੇ ਪੋਲੀਟੀਸ਼ੀਅਨ ਉਹਨਾਂ ਨੂੰ ਕਹਿੰਦੇ ਵੀ ਇਹ ਗਲਤ ਕੰਮ ਕਰਨ ਨੂੰ, ਪਰ ਪੁਲਿਸ ਵਾਲਿਆਂ ਦਾ ਆਪਣਾ ਜ਼ਮੀਰ ਤੇ ਹੈ ਨਾ ਵੀ ਦੇਖੋ ਲੋਕ ਅੱਕਿਆ ਸਤਿਆ ਤੁਹਾਡੇ ਕੋਲ ਜਾਂਦਾ ਹੈ। ਤੇ ਕਿਸ ਤਰ੍ਹਾਂ ਹਾਲ ਕੀ ਹੋ ਰਿਹਾ, ਮੈਂ ਅੱਜ ਇੱਕ ਅਖਬਾਰ 'ਚ ਹੀ ਨਸ਼ਰ ਰਿਪੋਰਟ ਹੋਈ ਹੈ ਵੀ ਨਸ਼ਾ ਨਾ ਮਿਲਣ ਕਰਕੇ ਇੱਕ ਬੰਦੇ ਨੇ ਲੁਧਿਆਣੇ ਦੇ ਆਸ-ਪਾਸ ਦੀ ਘਟਨਾ ਹੈ, ਆਪਣੀ ਜਨਾਨੀ ਵੀ ਮਾਰਤੀ ਕੁਹਾੜੀ ਨਾਲ, ਤੇ ਮੁੰਡੇ ਨੂੰ ਵੀ ਕੁਹਾੜੀ ਨਾਲ ਵੱਢ ਦਿੱਤਾ ਜ਼ਖਮੀ ਹਾਲਤ ਦੇ ਵਿੱਚ। ਉਹਨਾਂ ਨੂੰ ਪਿੰਡ ਵਾਲਿਆਂ ਨੇ ਵੀ ਹਸਪਤਾਲ 'ਚ ਨਹੀਂ ਪਹੁੰਚਾਇਆ, ਤੇ ਉਹ ਜਨਾਨੀ ਦੇ ਪੇਕੇ ਆਉਂਦੇ, ਫਿਰ ਉਹ ਉਹਨੂੰ ਚੁੱਕ ਕੇ ਹਸਪਤਾਲ ਲੈ ਕੇ ਜਾਂਦੇ, ਇੱਕ ਮੁੰਡੇ ਨੂੰ ਨਾਲ ਲੈ ਕੇ ਉਹ ਭੱਜ ਗਿਆ। ਵੀ ਆਹ ਨਸ਼ੇ ਦੀ ਤਸਵੀਰ ਆ ਵੀ ਥੋੜਿਆਂ ਜਿਹਾ ਪਿਆਸਿਆਂ ਖਾਤਰ ਅਸੀਂ ਪੰਜਾਬ ਨੂੰ ਨਸ਼ੇ ਦੀ ਦਲਦਲ 'ਚ ਧਕੇਲ ਦਿੱਤਾ। ਹੁਣ ਜਿਹੜੀ ਇੰਦਰਜੀਤ ਦੇ ਉੱਤੇ ਆਖਰਕਾਰ ਅਫਸਰ ਇਹਨੇ ਮਿਹਰਬਾਨ ਕਿਉਂ ਸੀਗੇ, ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਵੀ ਜੇ ਕਿਸੇ ਅਫਸਰ ਨੂੰ ਉਹਦੇ ਕੋਲ ਕੋਈ ਫਾਇਦਾ ਨਹੀਂ ਸੀਗਾ, ਹਮੇਸ਼ਾ ਉਹਨੂੰ ਕਿਹਾ ਜਾਂਦਾ ਸੀ ਇਹ ਬੜਾ ਹੀ ਕਾਬਲ ਅਫਸਰ ਆ, ਤੇ ਇਸ ਹੁਣ ਜਿਹੜੀਆਂ ਇੱਥੇ ਤੇ ਕੋਈ ਦੋ ਰਾਏ ਨਹੀਂ ਹੈ ਵੀ ਪੰਜਾਬ ਦੇ ਵਿੱਚ ਜੇ ਨਸ਼ਾ ਆ ਰਿਹਾ ਤੇ ਕਿੱਥੋਂ ਆ ਰਿਹਾ। ਮਾਨਯੋਗ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੀ ਪਿੱਛੇ ਲਈ ਦਿਨੀ ਉਹਨਾਂ ਨੇ ਬਾਰਡਰ ਦੇ ਬਹੁਤ ਸਾਰੇ ਸਰਪੰਚ ਜਿਹੜੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ, ਪਿੰਡਾਂ ਦਾ ਦੌਰਾ ਵੀ ਕੀਤਾ ਸੀਗਾ, ਤੇ ਉਹਨਾਂ ਨੇ ਕਿਹਾ ਸੀ ਵੀ ਨਸ਼ਾ ਜਿਹੜਾ ਹੁਣ ਜਿਵੇਂ ਟੁੱਥਪੇਸਟ ਮਿਲਦਾ ਨਾ ਕਰਿਆਨੇ ਦੀ ਦੁਕਾਨ ਤੋਂ, ਉਵੇਂ ਟੁੱਥਪੇਸਟ ਵਾਂਗੂ ਕਰਿਆਨੇ ਦੀ ਦੁਕਾਨਾਂ ਤੋਂ ਨਸ਼ਾ ਮਿਲ ਰਿਹਾ, ਤੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕੀ ਦੇ ਕੇ ਜਾ ਰਹੇ ਹਾਂ, ਇਹ ਵੀ ਉਹਨਾਂ ਨੇ ਗੱਲ ਕੀਤੀ ਸੀ। ਤੇ ਹੁਣ ਦੇਖੋ ਸਰਕਾਰ ਹੈ ਬਦਲਾਵ ਦੇ ਨਾਂ ਤੇ ਆਈ ਹੈ, ਤੇ ਉਮੀਦ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਪ ਸਾਹਮਣੇ ਆ ਕੇ ਇਹ ਗੱਲ ਕਰਨਗੇ ਤੇ ਦੱਸਣਗੇ ਵੀ ਕਿਹੜੇ-ਕਿਹੜੇ ਲੋਕ ਨੇ ਜਿਹੜੇ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਨੇ, ਤੇ ਸਰਕਾਰ ਉਹਨਾਂ ਤੇ ਕੀ ਕਾਰਵਾਈ ਕਰ ਰਹੀ ਹੈ। ਡਾਕਟਰ ਸਾਹਿਬ, ਨਵਜੋਤ ਸਿੰਘ ਸਿੱਧੂ ਜਿਹੜੇ ਕਿ ਰੋਡ ਰੇਜ ਮਾਮਲੇ ਦੇ ਵਿੱਚ ਬੀਤੀ 1 ਅਪ੍ਰੈਲ ਨੂੰ ਜੇਲ੍ਹ 'ਚੋਂ ਰਿਹਾ ਹੋਏ ਨੇ, ਤੇ ਉਹ ਮਿਲਦੇ ਨੇ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਮਿਲਦੇ ਨੇ ਜੀ, ਤੇ ਇਹ ਸਭ ਦੇ ਕੀ ਕਿਆਸ ਰਹੀਆਂ ਲਗਾਈਆਂ ਦੇਖੋ ਕਿਆਸ ਰਹੀਆਂ ਵੱਡੀ ਲੀਡਰਸ਼ਿਪ ਨੂੰ ਮਿਲਣ। ਪ੍ਰਿੰਸ ਇਹ ਹੈ ਕਿ ਦੇਖੋ ਨਵਜੋਤ ਸਿੰਘ ਸਿੱਧੂ ਜਦੋਂ ਦੇ ਬਾਹਰ ਹੈ, ਕੁਝ ਦਿਨ ਹੋਏ ਉਹਨਾਂ ਨੂੰ ਬਾਹਰ ਆਇਆ, ਤੇ ਕਿਸੇ ਪੰਜਾਬ ਦੇ ਵਿੱਚ ਕਿਸੇ ਵੱਡੇ ਲੀਡਰ ਨੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਜੀ। ਇੱਥੋਂ ਤੱਕ ਕਿ ਉਹਨਾਂ ਦੇ ਪਟਿਆਲਾ ਜਿੱਥੇ ਉਹਨਾਂ ਦੇ ਘਰ ਤੋਂ 500 ਕਿਲੋਮੀਟਰ ਦੂਰ ਇੱਕ ਰੈਲੀ ਵੀ ਕੱਢੀ ਜਾਂਦੀ ਹੈ, ਪਰ ਨਾ ਤੇ ਉਹਨਾਂ ਨੂੰ ਕੋਈ ਮਿਲਣ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਨੂੰ, ਤੇ ਨਾ ਹੀ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਹੈ। ਹੁਣ ਜਿਹੜਾ ਇਹ ਵੀ ਬੜਾ ਵੱਡਾ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਕੀ ਅਲੱਗ ਥਲੱਗ ਪੈ ਗਏ ਨੇ, ਜਾਂ ਕਿਉਂਕਿ ਜਿਸ ਤਰ੍ਹਾਂ ਕਾਂਗਰਸ ਦੇ ਮੌਜੂਦਾ ਜਿਹੜੇ ਪ੍ਰਧਾਨ ਨੇ, ਪ੍ਰਦੇਸ਼ ਅਧਿਕਸ਼ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਵੀ ਉਹਨਾਂ ਨੂੰ ਕੋਈ ਕਹਿੰਦੇ ਨਾ ਪੰਜਾਬੀ 'ਚ ਕਹਿੰਦੇ ਵੀ ਮੂੰਹ ਨਹੀਂ ਲਾਇਆ। ਹੁਣ ਕੱਲ ਜਾਂਦੇ ਨੇ, ਉਹਨਾਂ ਨੂੰ ਮਿਲਿਆ, ਰਾਹੁਲ ਗਾਂਧੀ ਨੂੰ ਮਿਲੇ, ਤੇ ਅੱਜ ਉਹ ਨਾਲ ਦੀ ਨਾਲ ਜਿਹੜੇ ਮਲਕ ਅਰਜਨ ਖੜਗੇ ਹੈ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਨਵਜੋਤ ਸਿੰਘ ਸਿੱਧੂ ਨੇ, ਤੇ ਕੱਲ ਉਹਨਾਂ ਨੇ ਆਪਣੇ ਟਵੀਟ ਤੇ ਵੀ ਲਿਖਿਆ ਸੀ, ਤੇ ਕਹਿੰਦੇ ਵੀ ਮੇਰੇ ਅੱਜ ਕਹਿੰਦੇ ਨਵੀਂ ਦਿੱਲੀ ਦੇ ਵਿੱਚ ਮੈਂ ਆਪਣੇ ਮੈਂਟੋਰ ਰਾਹੁਲ ਜੀ, ਮਿੱਤਰ, ਦਾਰਸ਼ਨਿਕ, ਮਾਰਗਦਰਸ਼ਕ ਪ੍ਰਿੰਕਾ ਜੀ ਨਾਲ ਮੁਲਾਕਾਤ ਕੀਤੀ ਹੈ। ਕਹਿੰਦੇ ਸਾਰੇ ਮੇਰੇ ਜਿਹੜੇ ਆ ਫਾਈਨੈਂਸ਼ੀਅਲ ਜਿਹੜੇ ਖਾਤੇ ਆ ਉਹਨਾਂ ਨੂੰ ਬਲੌਕ ਕਰ ਸਕਦੇ ਆ, ਪਰ ਪੰਜਾਬ ਤੇ ਮੇਰੇ ਲੀਡਰਾਂ ਦੇ ਪ੍ਰਤੀ ਮੇਰੀ ਜਿਹੜੀ ਵਚਨਬੱਧਤਾ ਹੈ ਉਹ ਨਾ ਤੇ ਝੁਕੇਗੀ ਤੇ ਨਾ ਹੀ 1 ਇੰਚ ਪਿੱਛੇ ਹਟੇਗੀ। ਅੱਜ ਉਹਨਾਂ ਨੇ ਮੁਲਾਕਾਤ ਕੀਤੀ ਹੈ ਮਲਕ ਅਰਜਨ ਖੜਗੇ ਦੇ ਨਾਲ, ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਟਵੀਟ ਕੀਤਾ, ਕਹਿੰਦੇ 9 ਵਾਰ ਦੇ MLA, 3 ਵਾਰ ਦੇ ਮੈਂਬਰ ਪਾਰਲੀਮੈਂਟ, ਪਿਛੜੇ ਲੋਕਾਂ ਲਈ ਚੈਂਪੀਅਨ ਤੇ ਸੱਚ ਦੀ ਆਵਾਜ਼ ਬਣੇ। ਇਸ ਲਈ ਉਹਨਾਂ ਕਿਹਾ ਕਿ ਭਰੋਸੇਯੋਗਤਾ ਦਾ ਨਾਂ ਹੈ ਮਲਕ ਅਰਜਨ ਖੜਗੇ। ਤੁਹਾਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਸ਼ੇਰੋ ਸ਼ਾਇਰੀ ਨਾਲ ਜਾਣੇ ਜਾਂਦੇ ਆ, ਤੇ ਕੱਲ ਕਿਆਸ ਲਾਏ ਜਾ ਰਹੇ ਆ, ਅਸੀਂ ਚਰਚਾਵਾਂ ਹੈ ਕਿ ਸ਼ਨੀਵਾਰ ਉਹ ਅੰਮ੍ਰਿਤਸਰ ਆਉਣਗੇ, ਤੇ ਹੁਣ ਇੱਥੇ ਆਉਂਦੇ ਆ, ਕੋਈ ਉਹਨਾਂ ਨੂੰ ਵੱਡਾ ਲੀਡਰ ਮਿਲਦਾ ਹੈ, ਉਹਨਾਂ ਦਾ ਕਿਵੇਂ ਰੋਡ ਸ਼ੋਅ ਸਵਾਗਤ ਹੁੰਦਾ ਹੈ। ਕਿਹਾ ਤੇ ਜਾ ਰਿਹਾ ਵੀ ਗੋਲਡਨ ਗੇਟਸ ਦੇ ਉਹਨਾਂ ਦੇ ਕੁਝ ਸਮਰਥਕ ਉਹਨਾਂ ਦਾ ਸਵਾਗਤ ਕਰਨਗੇ, ਪਰ ਇਹ ਤਾਂ ਹੁਣ ਕੱਲ ਆਉਣ ਵਾਲਾ ਸਮਾਂ ਦੱਸੇਗਾ ਕਿ ਨਵਜੋਤ ਸਿੰਘ ਸਿੱਧੂ ਨੂੰ
ਕੋਈ ਵੱਡਾ ਲੀਡਰ ਮਿਲਦਾ ਹੈ, ਕਿਉਂਕਿ ਕਾਂਗਰਸ ਜਿਹੜੀ ਇਸ ਵੇਲੇ ਹੈ, ਤੁਸੀਂ ਜਦੋਂ ਨਵਜੋਤ ਸਿੰਘ ਸਿੱਧੂ ਨੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਵਾਜ਼ ਚੁੱਕਣੀ ਸ਼ੁਰੂ ਕੀਤੀ ਸੀ, ਟਵਿੱਟਰ ਤੇ ਬੋਲਣਾ ਸ਼ੁਰੂ ਕੀਤਾ, ਤੇ ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਆਵਾਜ਼ ਚੁੱਕਣ ਤੋਂ ਬਾਅਦ ਹੀ ਹਾਈ ਕਮਾਨ ਨੂੰ ਮਜਬੂਰ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਪਿਆ ਸੀਗਾ 6 ਮਹੀਨੇ ਪਹਿਲਾਂ। ਤੇ ਉਸ ਤੋਂ ਬਾਅਦ ਚਰਨਜੀਤ, ਹਾਲਾਂਕਿ ਫਿਰ ਵੀ ਨਵਜੋਤ ਸਿੰਘ ਸਿੱਧੂ ਨਹੀਂ ਬਣ ਪਾਏ ਮੁੱਖ ਮੰਤਰੀ, ਚਰਨਜੀਤ ਸਿੰਘ ਚੰਨੀ ਨੂੰ ਬਣਾਤਾ ਗਿਆ ਸੀ, ਤੇ ਪਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਥੋੜਾ ਸੀਮਿਤ ਕਰ ਲਿਆ ਸੀ। ਇਹਨਾਂ ਨੂੰ ਕੋਈ ਸਵਾਲ ਪੁੱਛਿਆ ਜਾਂਦਾ ਹੈ ਨਾ, ਕਹਿੰਦੇ ਜਿਹੜਾ ਮੁੱਖ ਮੰਤਰੀ ਦਾ ਕੈਂਡੀਡੇਟ ਹੈ ਉਹੀ ਗੱਲ ਕਰੂਗਾ, ਤੇ ਫਿਰ ਉਸ ਤੋਂ ਬਾਅਦ ਜਦੋਂ ਹਾਰ ਵੀ ਗਏ ਨਵਜੋਤ ਸਿੰਘ ਸਿੱਧੂ, ਆਪ ਵੀ ਹਾਰ ਗਏ ਸੀ, ਕਿਉਂਕਿ ਲੋਕ ਅੰਮ੍ਰਿਤਸਰ ਦੇ ਜਦੋਂ ਇਹਨਾਂ ਨੂੰ ਮਿਲਣ ਜਾਂਦੇ ਸੀ ਨਾ, ਤੇ ਅਕਸਰ ਆਪਣਾ ਬੂਹਾ ਬੰਦ ਰੱਖਦੇ, ਤੇ ਕਿ ਲੋਕਾਂ ਨੇ ਬੂਹੇ ਬੰਦ ਕਰ ਲਏ ਆਪਣੇ, ਕੁੰਡੀਆਂ ਮਾਰ ਲੀਆਂ ਵੀ ਜਾਓ ਰਾਤੇ। ਹੁਣ ਨਵਜੋਤ ਸਿੰਘ ਸਿੱਧੂ ਦੇਖੋ, ਕੋਈ ਸ਼ੱਕ ਨਹੀਂ ਇਹਦੇ 'ਚ ਕਿ ਉਹ ਇਮਾਨਦਾਰ ਲੀਡਰ ਹੈ, ਉਹਨਾਂ ਦੇ ਉੱਪਰ ਕੋਈ ਆਰੋਪ ਨਹੀਂ ਲੱਗਾ, ਪਰ ਉਹ ਜਿਹੜੀ ਉਹਨਾਂ ਦੀ ਬੇਬਾਕੀ ਹੈ ਨਾ, ਜਾਂ ਉਹ ਇਗੋਸਟਿਕ ਬਹੁਤ ਹੈ, ਉਹ ਕਹਿੰਦੇ ਵੀ ਮੈਂ ਹੀ ਠੀਕ ਹਾਂ, ਬਾਕੀ ਸਾਰੇ ਪਤਾ ਨਹੀਂ ਗਲਤੀ ਹੈ। ਇਸ ਕਰਕੇ ਕਦੀ ਇਹ ਨਹੀਂ ਹੁੰਦਾ ਵੀ ਕੁਝ ਗੱਲ ਤੁਹਾਡੀ ਠੀਕ ਹੋ ਸਕਦੀ, ਕੁਝ ਦੂਜੇ ਦੀ ਠੀਕ ਹੋ ਸਕਦੀ ਹੈ। ਤੁਸੀਂ ਪੰਜਾਬ ਲਈ ਭਲਾ ਕਰਨਾ ਚਾਹੁੰਦੇ ਹੋ, ਪੰਜਾਬ ਦਾ ਭਲਾ ਹੋਣਾ ਵੀ ਚਾਹੀਦਾ ਹੈ। ਕਰਜ਼ੇ ਦੀ ਦਲਦਲ ਚੋਂ ਪੰਜਾਬ ਨੂੰ ਨਿਕਲਣਾ ਚਾਹੀਦਾ ਹੈ, ਨਸ਼ੇ ਤੋਂ ਪੰਜਾਬ ਨੂੰ ਛੁਟਕਾਰਾ ਮਿਲਣਾ ਚਾਹੀਦਾ ਹੈ। ਭ੍ਰਸ਼ਟਾਚਾਰ ਦੀ ਦੀਮਕ ਜਿਹੜੀ ਹੈ ਉਹ ਪੰਜਾਬ ਨੂੰ ਖੋਖਲਾ ਕਰ ਰਹੀ ਹੈ, ਉਹਦਾ ਵੀ ਜਿਹੜਾ ਕੋਈ ਨਿਤਾਰਾ ਜ਼ਰੂਰ ਹੋਣਾ ਚਾਹੀਦਾ ਹੈ। ਆਪਣਾ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਜੀ, ਕਾਫੀ ਉਹਨਾਂ ਦੀਆਂ ਵੀਡੀਓ ਵੀ ਨਸ਼ਰ ਹੋਈ ਨੇ, ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਜਿਹੜੇ ਕਾਫੀ ਛੁਡਾਉਂਦੇ ਨਜ਼ਰ ਆਏ ਨੇ। ਇੱਕ ਉਹਨਾਂ ਨੇ ਨਾ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਸੀ, ਤੇ ਉਹਦੇ ਵਿੱਚ ਉਹਨਾਂ ਨੇ ਇੱਕ ਕਲੋਨੀ ਤੇ ਆਰੋਪ ਲਗਾਏ ਸਨ ਕਿ ਇਹ ਪੰਚਾਇਤੀ ਜ਼ਮੀਨ ਨੂੰ ਕਬਜ਼ਾ ਕੇ ਬਣੀ ਹੋਈ ਹੈ, ਤੇ ਉਹਦਾ ਕੋਈ ਸਾਹਮਣੇ ਆਇਆ ਕੁਝ? ਦੇਖੋ 28 ਜੁਲਾਈ 2022 ਨੂੰ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਰਿਪੋਰਟ ਬਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤੀ ਸੀਗੀ ਜੀ। ਉਦੋਂ ਕਿਹਾ ਗਿਆ ਸੀ ਅੰਮ੍ਰਿਤਸਰ ਦੀ ਹੀ ਕਲੋਨੀ ਹੈ ਜਿਹਦੇ ਵਿੱਚ 42 ਕਨਾਲ 42 ਕਨਾਲ 16 ਮਰਲੇ ਜਿਹੜੀ ਪੰਚਾਇਤ ਦੀ ਜ਼ਮੀਨ ਹੈ, ਉਹ ਇਹਨਾਂ ਨੇ ਜਿਹੜੀ ਹੈ ਕਲੋਨੀ ਵਾਲਿਆਂ ਨੇ ਵਲ ਲਈ। ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਤੇ ਕਿਹਾ ਸੀ ਕਰੋੜਾਂ ਰੁਪਏ ਦਾ ਰਾਜਸਵ ਦਾ ਜਿਹੜਾ ਘਾਟਾ ਸਰਕਾਰ ਨੂੰ ਹੋਇਆ, ਤੇ ਉਹਨਾਂ ਨੇ ਸਾਬਕਾ ਜਿਹੜੇ ਮੰਤਰੀ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਤੇ ਵੀ ਆਰੋਪ ਲਗਾਏ ਸੀ, ਤੇ ਨਾਲ ਦੀ ਨਾਲ ਕੁਝ IAS ਅਧਿਕਾਰੀਆਂ ਦੇ ਉੱਪਰ ਵੀ ਆਰੋਪ ਲਾਏ ਸੀ ਵੀ 11 ਮਾਰਚ ਜਦੋਂ ਕਿ 2022 ਨੂੰ ਰਿਜ਼ਲਟ ਆ ਗਿਆ ਸੀਗਾ 10 ਮਾਰਚ ਨੂੰ, ਤੇ 11 ਮਾਰਚ ਨੂੰ ਇਹਨਾਂ ਨੂੰ ਕੀ ਕਾਹਲੀ ਸੀਗੀ ਵੀ ਇਹਦੇ ਤੇ ਕੁਝ ਟਿੱਪਣੀਆਂ ਕਰਦੇ। ਇਹਨਾਂ ਨੇ ਫਾਈਲਾਂ ਮੰਗਾ ਕੇ ਉਹਦੇ ਤੇ ਟਿੱਪਣੀਆਂ ਕਰਤੀਆਂ ਜੀ, ਰਿਪੋਰਟ ਦੇਤੀ ਸੀ ਉਹਨਾਂ ਨੇ ਧਾਲੀਵਾਲ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ, ਪਰ ਹਜੇ ਤੱਕ ਜਿਹੜਾ ਹੈ ਉਹ ਰਿਪੋਰਟ ਸਾਹਮਣੇ ਨਹੀਂ ਆਈ ਹੈ ਵੀ ਉਹ ਰਿਪੋਰਟ 'ਚ ਕੀ ਹੈਗਾ, ਕਿਸੇ ਖਿਲਾਫ ਕਾਰਵਾਈ ਹੋਏਗੀ ਜਾਂ ਨਹੀਂ ਹੋਏਗੀ। ਇਹ ਬੜਾ ਵੱਡਾ ਸਵਾਲ ਹੈ। ਹਾਲਾਂਕਿ ਇਹ ਐਡੀਸ਼ਨਲ ਚੀਫ ਸੈਕਟਰੀ ਜਿਹੜੇ ਹੈ ਚੀਫ ਮਿਨਿਸਟਰ ਦੇ ਇਹ ਵੀਨੂ ਪ੍ਰਸਾਦ ਹੈ, ਉਹਨਾਂ ਦਾ ਕਹਿਣਾ ਵੀ ਇਹ ਜਿਹੜੀ ਇਹਦੇ ਤੇ ਕਾਰਵਾਈ ਜ਼ਰੂਰ ਹੋਏਗੀ, ਟਾਈਮ ਭਾਵੇਂ ਜ਼ਰੂਰ ਥੋੜਾ ਜਿਹਾ ਲੱਗ ਸਕਦਾ ਹੈ। ਤੇ ਹੁਣ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਇਹ ਲੀਡਰ ਆਪਣੇ ਫਾਇਦੇ ਵਾਸਤੇ ਲੋਕ ਜਿਹੜਾ ਸਰਕਾਰੀ ਰਾਜਸਵ ਹੈ ਉਹਨੂੰ ਨੁਕਸਾਨ ਪਹੁੰਚਾਉਂਦੇ ਨੇ। ਵੀ ਬਹੁਤ ਸਾਰੀਆਂ ਚੰਡੀਗੜ੍ਹ ਦੇ ਆਸ-ਪਾਸ ਐਸੀਆਂ ਸਰਕਾਰੀ ਜ਼ਮੀਨਾਂ ਨੇ ਜਿਹੜੀਆਂ ਕਿ ਲੀਡਰਾਂ ਨੇ ਮੱਲੀਆਂ ਹੋਈਆਂ ਨੇ, ਬਹੁਤ ਸਾਰੀਆਂ ਐਸੀਆਂ ਜ਼ਮੀਨਾਂ ਨੇ ਜਿਹੜੀਆਂ ਇਹਨਾਂ ਨੇ ਆਪਣੇ ਨਾਂ ਤੇ ਅਲਾਟ ਕਰਾਈਆਂ ਹੋਈਆਂ ਨੇ। ਕਿਸੇ ਨੇ ਕਿਹਾ ਮੈਂ ਗਊਸ਼ਾਲਾ ਖੋਲ੍ਹਣੀ ਹੈ, ਕਿਸੇ ਨੇ ਕੋਈ ਹੋਰ ਗੱਲ ਕੀਤੀ ਹੈ। ਇੱਕ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਦੇ ਉੱਪਰ ਆਰੋਪ ਲੱਗਿਆ ਸੀਗਾ ਕਿ ਉਹਨਾਂ ਨੇ ਵੀ ਬਹੁਤ ਸਾਰੀ ਜਿਹੜੀ ਪੰਚਾਇਤੀ ਜ਼ਮੀਨ ਦੱਬੀ ਹੋਈ ਹੈ। ਵਿਧਾਨ ਸਭਾ ਦੇ ਵਿੱਚ ਵੀ ਇਹ ਤੂੰ ਮਹਿਮਾ ਹੋਈ ਸੀ ਕੁਲਦੀਪ ਸਿੰਘ ਧਾਲੀਵਾਲ ਦੀ ਤੇ ਸੁਖਪਾਲ ਸਿੰਘ ਖਹਿਰਾ ਦੀ ਨੂੰ ਲੈ ਕੇ, ਜਦੋਂ ਖਹਿਰਾ ਸਾਹਿਬ ਨੇ ਸਵਾਲ ਚੁੱਕਿਆ ਸੀ ਤੇ ਕੁਲਦੀਪ ਧਾਲੀਵਾਲ ਕਹਿੰਦੇ ਸੀ ਵੀ ਤੁਹਾਡੇ ਵੀ ਰਿਸ਼ਤੇਦਾਰਾਂ ਨੇ ਜਿਹੜੀ ਹੈ ਉਹ ਜ਼ਮੀਨ ਦੱਬੀ ਹੈ। ਤੇ ਹਾਲਾਂਕਿ ਸੁਖਪਾਲ ਖਹਿਰਾ ਨੇ ਅੱਗੋਂ ਇਹ ਕਿਹਾ ਸੀ ਵੀ ਤੁਸੀਂ ਇੱਕ ਕਮੇਟੀ ਬਣਾ ਦਿਓ, ਤਿੰਨਾਂ ਜਿਹੜੀਆਂ ਕਲੱਬ ਕਰ ਦਿਓ ਇਹਨਾਂ ਨੂੰ, ਤੇ ਜੇ ਮੇਰੀ ਕਿਸੇ ਨੇ ਰਿਸ਼ਤੇਦਾਰ ਨੇ ਜ਼ਮੀਨ ਦੱਬੀ ਹੋਗੀ ਨਾ ਮੇਰੇ ਕਿਸੇ ਨੇ ਸਰਕਾਰੀ, ਤੇ ਮੈਂ ਰਾਜਨੀਤੀ ਛੱਡ ਦੂੰਗਾ। ਉਸ ਤੋਂ ਬਾਅਦ ਧਾਲੀਵਾਲ ਸਾਹਿਬ ਦਾ ਕੋਈ ਬਿਆਨ ਤੇ ਨਹੀਂ ਆਇਆ, ਪਰ ਇਹ ਤਾਂ ਸੱਚ ਹੈ। ਦੇਖੋ ਜਿਨ੍ਹਾਂ ਨੇ ਜਾਂ ਤੇ ਫਿਰ ਇਹ ਲੋਕ ਤਾਕਤਵਾਰੀ ਇੰਨੇ ਨੇ ਜਿਨ੍ਹਾਂ ਨੇ ਜ਼ਮੀਨਾਂ ਤੇ ਕਬਜ਼ੇ ਕੀਤੇ, ਵੱਡੇ ਵੱਡੇ ਅਫਸਰ, ਵੱਡੇ ਵੱਡੇ ਲੀਡਰ ਜਿਨ੍ਹਾਂ ਦੇ ਉੱਤੇ ਹੱਥ ਪਾਉਣ ਲੱਗਿਆਂ ਇਹ ਆਮ ਆਦਮੀ ਪਾਰਟੀ ਦੇ ਲੋਕ ਵੀ ਘਬਰਾਉਂਦੇ ਨੇ ਵੀ ਕੱਲ ਨੂੰ ਇਹ ਨਾ ਹੋਵੇ ਵੀ ਸਾਡੇ ਤੇ ਵੀ ਕੋਈ ਵੱਡੀ ਗੱਲ ਜਿਹੜੀ ਹੈ ਮੁਸ਼ਕਲ 'ਚ ਅਸੀਂ ਫਸ ਜਾਈਏ। ਤੇ ਕਿਉਂਕਿ ਜਦੋਂ ਸਰਕਾਰ 'ਚ ਨਹੀਂ ਹੁੰਦੇ ਉਦੋਂ ਇਹ ਗੱਲਾਂ ਹੋਰ ਕਰਦੇ ਨੇ, ਜਦੋਂ ਸਰਕਾਰ 'ਚ ਹੁੰਦੇ ਨੇ ਉਦੋਂ ਇਹਨਾਂ ਦੀਆਂ ਗੱਲਾਂ ਹੋਰ ਹੋ ਜਾਂਦੀਆਂ। ਪਰ ਲੋਕਾਂ ਨੂੰ ਇਹ ਵਾਰ-ਵਾਰ ਇਹੀ ਕਹਿਣਾ ਪਊਗਾ, ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਕਿ ਆਪਣੇ ਹੱਕਾਂ ਦੇ ਪ੍ਰਤੀ ਉਹਨਾਂ ਨੇ ਜਿਹੜੇ ਲੋਕਾਂ ਨੂੰ ਵੋਟਾਂ ਪਾ ਕੇ ਚੁਣਿਆ ਤੇ ਇਹ ਕਿਹਾ ਵੀ ਇਹ ਲੋਕ ਸਾਡੀ ਨੁਮਾਇੰਦਗੀ ਕਰਨਗੇ ਤੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਸਵਾਲ ਪੁੱਛਣਗੇ, ਤੇ ਜਿਹੜੀਆਂ ਮੁਸ਼ਕਲਾਂ ਸਾਨੂੰ ਆ ਰਹੀਆਂ ਜਾਂ ਆਉਣ ਵਾਲੀਆਂ ਨਸਲਾਂ ਨੂੰ ਉਹ ਮੁਸ਼ਕਲਾਂ ਨਾ ਆਉਣ ਉਹਨਾਂ ਲਈ ਕੰਮ ਕਰਨਗੇ। ਪਰ ਇਹ ਕੰਮ ਕਰਨ ਕੀ ਲੱਗ ਪਏ ਇਹ ਸਭ ਦੇ ਸਾਹਮਣੇ ਹੈ। ਓਪਨਰ ਸਾਹਿਬ, ਪੰਜਾਬ ਸਰਕਾਰ ਨੇ ਗੈਂਗਸਟਰਾਂ ਦੀਆਂ ਪ੍ਰਾਪਰਟੀਆਂ ਦੀ ਡਿਟੇਲ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ, ਤੇ ਕਿਹਾ ਜਾ ਰਿਹਾ ਕਿ ਜਿਹੜੀ ਨੈਸ਼ਨਲ ਏਜੰਸੀ ਹੈ, ਕੇਂਦਰੀ ਏਜੰਸੀ NIA ਤੇ ਹੋਰ ਜਿਹੜੀਆਂ ਏਜੰਸੀਆਂ ਨੇ
ਉਹਨਾਂ ਨੇ ਪੰਜਾਬ ਕੋਲੋਂ ਇਹਦੀ ਡਿਟੇਲ ਮੰਗੀ ਹੈ। ਹਾਂ ਦੇਖੋ, ਪੰਜਾਬ ਸਰਕਾਰ ਨੇ ਨਾ ਸ਼ੁਰੂ ਕਰਤੀ, ਕੋਈ 57 ਐਸੇ ਗੈਂਗਸਟਰ ਨੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਦੀ ਉਹਨਾਂ ਨੇ ਕਿਸ ਤਰ੍ਹਾਂ ਬਣਾਈ, ਉਹਨਾਂ ਦੀ ਪ੍ਰਾਪਰਟੀ ਦੀ ਪੂਰੀ ਡਿਟੇਲ ਇੱਕ ਬਣਾਉਣੀ ਸ਼ੁਰੂ ਕਰਤੀ ਹੈ ਜੀ। ਹੁਣ NIA ਹੈ, NIA ਚੀਫ ਨੇ ਦਿਨਕਰ ਗੁਪਤਾ ਸਾਹਿਬ ਆਪਣੇ DGP ਵੀ ਰਹਿ ਚੁੱਕੇ ਨੇ, ਬੜੇ ਵਧੀਆ ਅਧਿਕਾਰੀ ਨੇ। ਉਹਨਾਂ ਨੇ ਇੱਕ ਇਹਨਾਂ ਕੋਲੋਂ ਮੰਗ ਲਈ ਹੈ ਪੰਜਾਬ ਸਰਕਾਰ ਕੋਲੋਂ ਵੀ ਇਹਨਾਂ ਗੈਂਗਸਟਰਾਂ ਦੀ ਜਾਇਦਾਦ ਦਾ ਬਿਊਰਾ ਦਿੱਤਾ ਜਾਏ। ਹੁਣ ਇਹ ਖਬਰ ਆ ਰਹੀ ਹੈ ਵੀ ਹੁਣ ਜੇ ਪ੍ਰੂਵ ਹੋ ਗਿਆ ਵੀ ਇਹਨਾਂ ਨੇ ਗਲਤ ਤਰੀਕੇ ਨਾਲ ਇਹ ਪੈਸੇ ਬਣਾਏ ਨੇ, ਤੇ ਸਰਕਾਰ ਜਾਂ ਤੇ ਇਹਨਾਂ ਨੂੰ ਢਾ ਦੂਗੀ ਤੇ ਜਾਂ ਇਹਨਾਂ ਨੂੰ ਇਹ ਪ੍ਰਾਪਰਟੀਆਂ ਨੂੰ ਸੀਲ ਕਰ ਲੂਗੀ। ਜਿਵੇਂ ਲੋਕਾਂ ਨੂੰ ਪਤਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਬਹੁਤ ਸਾਰੀ ਜਿਹੜੀਆਂ ਗੈਂਗਸਟਰ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹਨਾਂ ਨੂੰ ਡਿਮੋਲਿਸ਼ ਕਰਤਾ, ਮਤਲਬ ਘਰ ਉਹਨਾਂ ਦੇ ਢਾ ਦਿੱਤੇ, ਕਈਆਂ ਦੇ ਸ਼ੋਰੂਮ ਵਗੈਰਾ ਢਾ ਦਿੱਤੇ, ਵੱਡੇ ਵੀ ਢਾ ਦਿੱਤੇ। ਤੇ ਹੁਣ ਇੱਥੇ ਵੀ ਇਹ ਸ਼ੁਰੂ ਹੋ ਗਿਆ। ਵੇਖੋ ਚੰਗੀ ਗੱਲ ਹੈ, ਪੰਜਾਬ ਦਾ ਬੇੜਾ ਗਰਕ ਕਿਵੇਂ ਹੋ ਰਿਹਾ ਹੈ, ਕੌਣ ਕਰ ਰਿਹਾ ਹੈ, ਕੌਣ ਲੋਕ ਨਾ ਜਿਹੜਾ ਗੈਂਗਸਟਰ ਨੂੰ ਪਨਾਹਾਂ ਦਿੰਦੇ ਨੇ। ਗੈਂਗਸਟਰ ਮੁੱਠੀ ਭਰ ਲੋਕ, ਮੈਂ ਤੇ ਕਹਾਂਗਾ ਵੀ ਪੂਰੇ ਸਿਸਟਮ ਤੇ ਹਾਵੀ ਹੋ ਗਏ। ਇਹ ਬਹੁਤ ਵੱਡਾ ਸਵਾਲ ਹੈ। ਇਸ ਕਰਕੇ ਸਰਕਾਰਾਂ ਜੇ ਚਾਹਣ ਤੇ ਕੀ ਨਹੀਂ ਕਰ ਸਕਦੀਆਂ, ਜਾਂ ਤੇ ਸਰਕਾਰਾਂ ਆਪ ਹੀ ਲੋਕਾਂ ਨੂੰ ਖੁਸ਼ਹਾਲ ਨਹੀਂ ਹੋਣ ਦੇਣਾ ਚਾਹੁੰਦੀਆਂ ਵੀ ਜੇ ਖੁਸ਼ਹਾਲ ਹੋ ਗਏ, ਪ੍ਰੋਸਪੈਰਿਟੀ ਆ ਗਈ ਤੇ ਫਿਰ ਲੀਡਰਾਂ ਨੂੰ ਕੌਣ ਪੁੱਛੂਗਾ, ਤੇ ਫਿਰ ਤੇ ਇਹ ਆਪੇ ਹੀ ਮਾਲਕ ਹੋ ਜਾਣਗੇ ਆਪਣੇ। ਪਰ ਹੈਗਾ ਕਿ ਮੁਲਕ ਵਾਸਤੇ, ਮੁਲਕ ਦੀ ਤਰੱਕੀ ਵਾਸਤੇ ਤੇ ਆਉਣ ਵਾਲੀਆਂ ਨਸਲਾਂ ਵਾਸਤੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਗਲਤ ਕੰਮ ਜਿਹੜੇ ਕਰਦੇ ਆ ਉਹਨਾਂ ਤੇ ਕਾਰਵਾਈ ਕਰੋ। ਇਹ ਕੋਈ ਇਹਨਾਂ ਨੂੰ ਕੋਈ 10 ਹੱਥ ਤੇ ਲੱਗੇ ਨਹੀਂ ਹੈ, ਨਾ ਇਹਨਾਂ ਕੋਲੋਂ ਮਿਸਟਰ ਇੰਡੀਆ ਵਾਲੀ ਕੋਈ ਘੜੀ ਹੈ ਗੈਂਗਸਟਰਾਂ ਕੋਲੋਂ, ਜਾਂ ਜਿਹੜੇ ਦੂਜੇ ਹੈ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਵੀ ਉਹ ਕਿਤੇ ਗਵਾਚ ਜਾਣਗੇ। ਇਹਨਾਂ ਨੂੰ ਕਾਬੂ ਕਰੋ ਤੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੇ ਕਾਰਵਾਈ ਵੀ ਕਰੋ, ਪ੍ਰਾਪਰਟੀਆਂ ਸੀਲ ਕਰੋ, ਡਿਮੋਲਿਸ਼ ਕਰੋ, ਤਾਂ ਕਿ ਇਹਨਾਂ ਨੂੰ ਡਰ ਪਵੇ ਵੀ ਸਾਡੇ ਜੇ ਅਸੀਂ ਪ੍ਰਾਪਰਟੀਆਂ ਬਣਾ ਵੀ ਲਵਾਂਗੇ ਤੇ ਸਾਡੇ ਪਰਿਵਾਰ ਵਾਲੇ ਵੀ ਜਿਹੜੀਆਂ ਇਸ ਚੀਜ਼ਾਂ ਨੂੰ ਇੰਜੋਏ ਨਹੀਂ ਕਰ ਪਾਉਣਗੇ। ਪਟਵਾਰੀ ਸਾਹਿਬ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਹੈ ਪਿਛਲੇ ਕੁਝ ਟਾਈਮ ਪਹਿਲਾਂ ਹੋਈ ਹੈ। 2 ਇੰਟਰਵਿਊਆਂ ਹੁੰਦੀਆਂ, ਇੱਕ ਨਿੱਜੀ ਚੈਨਲ ਵੱਲੋਂ ਕੀਤੀਆਂ ਜਾ ਰਹੀਆਂ, ਤੇ ਉਹ ਇੰਟਰਵਿਊ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਕਾਫੀ ਸਵਾਲ ਖੜੇ ਹੋਏ ਸਨ। ਉਹਨੂੰ ਲੈ ਕੇ ਇੱਕ ਕਮੇਟੀ ਬਣਾਉਣ ਦਾ ਵੀ ਵਾਅਦਾ ਕੀਤਾ ਗਿਆ ਸੀ, ਹੁਣ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਉਹਨਾਂ ਵੱਲੋਂ। ਦੇਖੋ, ਪਹਿਲੀ ਗੱਲ ਤੇ ਹੈ ਕਿ ਸਰਕਾਰ ਨੂੰ ਉਦੋਂ ਹੀ ਐਕਸ਼ਨ ਲੈਣਾ ਚਾਹੀਦਾ ਸੀਗਾ ਵੀ ਆਖਿਰਕਾਰ ਜੇਲ੍ਹ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਸ ਤਰ੍ਹਾਂ ਹੋਈ। ਪਹਿਲੀ ਇੰਟਰਵਿਊ ਤੋਂ ਬਾਅਦ ਤੇ DGP ਸਾਹਿਬ ਆਪ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਕਹਿੰਦੇ ਨੇ ਵੀ ਉਹ ਫਿਰ ਬਹੁਤ ਸਾਰੀਆਂ ਗੱਲਾਂ ਕਰਦੇ ਵੀ ਜਿਹੜੀ ਟੀ-ਸ਼ਰਟ ਉਹਨੇ ਪਾਈ ਸੀ ਉਹ ਟੀ-ਸ਼ਰਟ ਇੱਥੋਂ ਦੀ ਨਹੀਂ ਹੈ, ਉਹਦੇ ਵਾਲ ਛੋਟੇ ਨੇ। ਤੇ ਜਦੋਂ ਦੂਸਰੀ ਵੀਡੀਓ ਨਸ਼ਰ ਹੋਈ ਇੰਟਰਵਿਊ ਤੇ ਉਹਨੇ ਉਹ ਚੀਜ਼ਾਂ ਪਾ ਲਈਆਂ ਲਾਰੈਂਸ ਬਿਸ਼ਨੋਈ ਨੇ ਜਿਹਦਾ ਜ਼ਿਕਰ DGP ਸਾਹਿਬ ਨੇ ਕੀਤਾ ਸੀ ਜੀ। ਤੇ ਹੁਣ ਦੇਖੋ, ਸਰਕਾਰ ਦੀ ਫਜੀਹਤ ਵੀ ਹੋਈ ਸੀ। ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਆ ਗਿਆ, ਇਹ ਲਾਰੈਂਸ ਬਿਸ਼ਨੋਈ ਵਾਲੀ ਗੱਲ ਜਿਹੜੀ ਡਿਲੀਟ ਹੋ ਗਈ, ਲੋਕ ਭੁੱਲ ਗਏ। ਪਰ ਸਰਕਾਰ ਨਹੀਂ ਭੁੱਲੀ, ਕਿਉਂਕਿ ਸਰਕਾਰ ਨੂੰ ਜਿਹੜਾ ਜਵਾਬ ਦੇਣਾ ਪੈਂਦਾ ਹੈ, ਪੱਤਰਕਾਰ ਵੀ ਸਵਾਲ ਪੁੱਛਦੇ ਨੇ ਤੇ ਜਨਤਾ ਦੇ ਜ਼ਿਹਨ 'ਚੋਂ ਇਹ ਗੱਲਾਂ ਜਾਂਦੀਆਂ ਨਹੀਂ। ਸਵਾਲ ਸਭ ਦੇ ਦਿਮਾਗ 'ਚ ਇਹੀ ਵੀ ਐਡਾ ਵੱਡਾ ਗੈਂਗਸਟਰ ਜਿਹਨੂੰ 200 ਬੰਦਾ ਲੈ ਜੇਲ੍ਹ ਜਦੋਂ ਪੇਸ਼ ਕਰਨਾ ਹੁੰਦਾ ਅਦਾਲਤ ਦੇ ਵਿੱਚ ਆਉਂਦਾ ਲੈਣ ਦਾ, ਤੇ ਤੁਸੀਂ ਤੇ ਵਕੀਲਾਂ ਤੱਕ ਨੂੰ ਅੰਦਰ ਨਹੀਂ ਵੜਨ ਦਿੰਦੇ। ਉਦੋਂ ਇੰਨੀ ਸਿਕਿਉਰਿਟੀ ਟਾਈਟ ਹੁੰਦੀ ਤੇ ਉਹਨੂੰ ਹਾਈ ਐਂਡ ਫੋਨ ਕਿਵੇਂ ਮਿਲਦਾ ਹੈ, ਪੂਰਾ ਸਿਸਟਮ ਕਿਵੇਂ ਮਿਲਦਾ ਹੈ, ਉਹ ਮਾਹੌਲ ਕਿੱਦਾਂ ਤਿਆਰ ਹੁੰਦਾ ਹੈ ਕਿ ਉਹ ਇੰਟਰਵਿਊ ਦੇਵੇ ਜੀ। ਹੁਣ ਇੱਕ ਕਮੇਟੀ ਬਣਾ ਦਿੱਤੀ ਗਈ ਹੈ, ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਨੇ ਆਰਡਰ ਕਰਤੇ ਹੈ ਤੇ ਇਹ ਕਹਿਤਾ 15 ਦਿਨਾਂ ਦੇ ਵਿੱਚ ਇਹ ਰਿਪੋਰਟ ਦਿਓ ਵੀ ਆਖਿਰਕਾਰ ਇਹ ਜਿਹੜੀਆਂ ਕਿਸ ਤਰ੍ਹਾਂ ਇਹ ਇੰਟਰਵਿਊਜ਼ ਹੋਈਆਂ। ਤੇ ਇਹਦੇ ਲਈ ਕੋਈ ਵੱਡੇ ਅਫਸਰ ਜਿਹੜੇ ਹੈ, ADGP ਜਿਹੜੇ ਨੇ, ਹੋਮ ਸੈਕਟਰੀ ਵੀ ਨੇ, ਉਹਨਾਂ ਨੂੰ ਇੱਕ ਕਮੇਟੀ ਬਣਾਤੀ ਹੈ, ਉਹ ਪੁੱਛਗਿੱਛ ਕਰੇਗੀ। ਅਸੀਂ ਤਾਂ ਪਹਿਲੇ ਵੀ ਕਈ ਵਾਰੀ ਕਿਹਾ ਸੀ ਵੀ ਲਾਰੈਂਸ ਬਿਸ਼ਨੋਈ ਪੰਜਾਬ ਦੀ ਜੇਲ੍ਹ 'ਚ ਹੈ, ਉਹਨੂੰ ਪੁੱਛ ਲੈਣਾ ਚਾਹੀਦਾ ਵੀ ਤੇਰੀ ਇੰਟਰਵਿਊ ਕਿਸ ਤਰ੍ਹਾਂ ਹੋਈ, ਕੌਣ ਅਧਿਕਾਰੀ। ਦੇਖੋ, ਕੋਈ ਦਿਨ ਐਸਾ ਨਹੀਂ ਜਾਂਦਾ ਜਦੋਂ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਨਹੀਂ ਫੜੇ ਜਾਂਦੇ ਜਾਂ ਜੇਲ੍ਹਾਂ ਦੇ ਵਿੱਚੋਂ ਆਪੱਤੀਜਨਕ ਸਮੱਗਰੀ ਨਹੀਂ ਫੜੀ ਜਾਂਦੀ। ਉਹ ਜੇਲ੍ਹਾਂ 'ਚ ਪਹੁੰਚਾਉਂਦਾ ਕੌਣ ਹੈ? ਬਲੈਕ ਸ਼ੀਪਸ ਆਪੇ ਉੱਡ ਕੇ ਤੇ ਜਾਂਦੀਆਂ ਨਹੀਂ ਕਿਤੋਂ। ਤੇ ਇਸ ਕਰਕੇ ਦੇਖੋ ਨਾ, 4,500 ਤੋਂ ਵੱਧ ਮੋਬਾਈਲ ਫੜੇ ਗਏ ਨੇ। DGP ਸਾਹਿਬ ਨੇ ਇਹਦੀ ਖੁਦ ਆਪ ਪੁਸ਼ਟੀ ਕੀਤੀ ਸੀਗੀ। ਤੇ ਕਿਸ ਤਰ੍ਹਾਂ ਫਿਰ ਲੋਕਾਂ ਨੂੰ ਇਨਸਾਫ। ਦੇਖੋ, ਜੇਲ੍ਹਾਂ ਕ੍ਰਾਈਮ ਦਾ ਅੱਡਾ ਬਣ ਗਈਆਂ ਨੇ, ਜੇਲ੍ਹਾਂ 'ਚੋਂ ਬਹਿ ਕੇ ਫਰੌਤੀਆਂ ਮੰਗੀਆਂ ਜਾਂਦੀਆਂ, ਜੇਲ੍ਹਾਂ 'ਚੋਂ ਬਹਿ ਕੇ ਡਿਸਾਈਡ ਕੀਤਾ ਜਾਂਦਾ ਵੀ ਕਿਹਨੂੰ ਮਾਰਨਾ ਹੈ। ਇੱਕ ਡਾਕਟਰ ਕੋਲ ਫਰੌਤੀ ਮੰਗੀ ਸੀ ਤੇ ਉਹ ਡਾਕਟਰ ਦੇ ਕੋਲੋਂ ਜਦੋਂ ਉਹ ਗੈਂਗਸਟਰ ਨੂੰ ਵੇਖਿਆ ਤੇ ਉਹ ਦਫੋਨੇ ਡਿੱਗ ਪਿਆ ਹੈਗਾ। ਮਤਲਬ ਇਸ ਕਰਕੇ ਇਹ ਚਾਹੁੰਦਾ ਕੀ ਹੈ ਸਮਾਜ, ਕੀ ਚਾਹੁੰਦਾ ਹੈ, ਅਸੀਂ ਆਉਣ ਵਾਲੀਆਂ ਨਸਲਾਂ ਨੂੰ ਕੀ ਦੇ ਕੇ ਜਾਣਾ ਚਾਹੁੰਦੇ ਹਾਂ, ਇਹ ਸਭ ਤੋਂ ਵੱਡਾ ਸਵਾਲ ਹੈ। ਤੇ ਇਹ ਤਾਂ ਹੀ ਠੀਕ ਹੋਏਗਾ। ਕੋਈ ਦੂਸਰੇ ਮੁਲਕਾਂ ਨੂੰ ਕੋਈ ਇਹ ਤਾਂ ਹੈਗਾ ਨਹੀਂ ਸੁਰਖਾਬ ਦੇ ਪਰ ਲੱਗੇ ਨੇ ਜਿਹੜੇ ਡਿਵੈਲਪ ਹੋ ਗਏ। ਸਿਰਫ ਇੱਕ ਮੁਫਤ ਦੀ ਜਿਹੜੀ ਰਾਜਨੀਤੀ ਉਹ
ਬੰਦ ਹੋਣੀ ਚਾਹੀਦੀ ਹੈ। ਮੁਫਤ ਰੇਵੜੀਆਂ ਵੰਡਣੀਆਂ ਜਿਹੜੀਆਂ ਬੰਦ ਕਰਨੀਆਂ ਚਾਹੀਦੀਆਂ। ਅੱਜ ਉਸ ਮੁਲਕ ਦਾ ਕੀ ਹਾਲ ਹੋਊਗਾ ਜਿਹਦੀ 140 ਕਰੋੜ ਜਨਤਾ ਚੋਂ 81 ਕਰੋੜ ਮੁਫਤ ਰਾਸ਼ਨ ਲੈਣ ਨੂੰ ਤਰਸਦੇ ਆ। ਪਰ ਸਭ ਤੋਂ ਵੱਡਾ ਸਵਾਲ ਜਿਹੜਾ ਪ੍ਰਿੰਸ ਇਹ ਆ ਵੀ ਆਖਿਰਕਾਰ ਉਹ ਲੋਕ ਜਿਹੜੇ ਦੇਸ਼ ਦਾ ਜਾਂ ਸਮਾਜ ਦਾ ਭਲਾ ਚਾਹੁੰਦੇ ਆ, ਜੇ ਉਹ ਵੀ ਇੱਥੋਂ ਪਲਾਇਨ ਕਰ ਗਏ ਤੇ ਫਿਰ ਇਸ ਮੁਲਕ 'ਚ ਰਹੂਗਾ ਕੌਣ? ਡਾਕਟਰ ਸਾਹਿਬ, ਵਿਦੇਸ਼ਾਂ ਵਿੱਚ ਰਾਜਨੀਤਿਕ ਸ਼ਰਨ ਲੈਣ ਜੀ। ਲਈ ਪੰਜਾਬ ਦਾ ਨੌਜਵਾਨ ਕੱਟੜਪੰਥੀਆਂ ਨਾਲ ਜੁੜਦਾ ਜਾ ਰਿਹਾ। ਪ੍ਰਿੰਸ ਦੇਖੋ, ਕੱਲ ਅਸੀਂ ਖਬਰ ਕੀਤੀ ਸੀ ਕਿ ਸਿਮਰਨਜੀਤ ਸਿੰਘ ਮਾਨ ਨੇ ਕਿਸ ਤਰ੍ਹਾਂ ਆਪ ਇਹ ਦਾਅਵਾ ਕੀਤਾ ਸੀ ਕਿ ਮੈਂ 50,000 ਚਿੱਠੀਆਂ ਜਾਰੀ ਕਰ ਚੁੱਕਿਆ ਤੇ ਮੇਰੀਆਂ ਚਿੱਠੀਆਂ ਦੇ ਆਧਾਰ ਤੇ ਲੋਕਾਂ ਨੂੰ ਬ੍ਰਿਟੇਨ, USA, ਕੈਨੇਡਾ, ਆਸਟ੍ਰੇਲੀਆ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਜਿਹੜੀ ਹੈ ਰਾਜਨੀਤੀ ਸ਼ਰਨ ਨੂੰ ਕਹਿੰਦੇ ਉਹ ਮਿਲ ਚੁੱਕੀ ਹੈ। ਹੁਣ ਤੁਸੀਂ ਦੇਖੋ, ਹੁਣ ਇੱਕ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਕਿ ਤੁਹਾਨੂੰ ਵੀ ਯਾਦ ਹੋਣਾ ਜਦੋਂ ਭਾਈ ਅਮਰਤਪਾਲ ਸਿੰਘ 18 ਮਾਰਚ ਨੂੰ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਹੋਣ ਦੀ ਜਦੋਂ ਖਬਰ ਆਉਂਦੀ ਹੈ ਤੇ ਮੋਹਾਲੀ ਚੰਡੀਗੜ੍ਹ ਸੀਮਾ ਦੇ ਉੱਤੇ ਬੰਦੀ ਰਿਹਾਈ ਸਿੰਘਾਂ ਵਾਸਤੇ ਇੱਕ ਮੋਰਚਾ ਲੱਗਿਆ ਹੋਇਆ ਸੀ। ਉੱਥੇ ਵੀ ਬੜੇ ਨਾਅਰੇ ਲੱਗਦੇ ਆ, ਖਾਲਿਸਤਾਨ ਦੇ ਸਮਰਥਕ ਚ ਨਾਅਰੇ ਲਾਉਂਦੇ ਆ। ਉੱਥੇ ਇੱਕ ਜਿਹੜਾ ਬੰਦਾ ਹੈ ਨਾ, ਉਹਦੇ ਪੱਤਰਕਾਰਾਂ ਨਾਲ ਕਿਸੇ ਨਾਲ ਸੰਬੰਧ ਹੁੰਦੇ ਆ, ਰੂਪਨਗਰ ਦਾ ਪਿੰਡ ਆ, ਉੱਥੋਂ ਦਾ ਹੁੰਦਾ ਹੈ। ਉਹ ਕਹਿੰਦਾ ਵੀ ਮੈਂ ਨਾਅਰੇ ਮਾਰਦਾ, ਮੇਰੇ ਬੱਚੇ ਨਾਅਰੇ ਮਾਰ ਰਹੇ ਨੇ ਤੇ ਸਾਡੀ ਫੋਟੋ ਜ਼ਰੂਰ ਆਉਣੀ ਚਾਹੀਦੀ ਹੈ। ਤੇ ਉਹਨੂੰ ਜਦੋਂ ਸਮਝਾਉਂਦੇ, ਯਾਰ ਤੂੰ ਜੇ ਤੇਰੀ ਫੋਟੋ ਆ ਗਈ, ਇੰਨਾ ਸੈਂਸਿਟਿਵ ਮਾਮਲਾ, ਲੋਕਾਂ ਤੇ NSA ਲੱਗ ਗਈ ਆ ਤੇ ਫੜ ਕੇ ਅੰਦਰ ਦਿੱਤੇ ਜਾ ਰਹੇ ਲੋਕ, ਤੇ ਤੂੰ ਰੱਬ ਦਾ ਖੌਫ ਖਾ, ਆਪਣੀ ਤੇ ਆਪਣੇ ਨਿਆਣਿਆਂ ਦੀ ਜਾਨ ਕਿਉਂ ਮੁਸ਼ਕਿਲ ਚ ਪਾਉਂਦਿਆਂ ਨੂੰ? ਉਹ ਕਹਿੰਦਾ ਮੈਂ ਇਹੋ ਹੀ ਚਾਹੁੰਦਾ ਵੀ ਮੇਰੇ ਨਿਆਣੇ ਨੂੰ ਨਾਅਰੇ ਵੱਜਣ, ਫੋਟੋ ਛਪੇ ਤੇ ਪੁਲਿਸ ਕੋਈ ਕਾਰਵਾਈ ਕਰੇ। ਕਹਿੰਦਾ ਮੈਂ ਇਹੋ ਹੀ ਆਧਾਰ ਬਣਾ ਕੇ ਮਾਨ ਸਾਹਿਬ ਕੋਲ ਲਿਖਾ ਲੈਣੀ ਚਿੱਠੀ ਤੇ ਫਿਰ ਜਾ ਕੇ ਅਮਰੀਕਾ 'ਚ ਮੇਰੇ ਮੁੰਡੇ ਨੂੰ ਸ਼ਰਨ ਮਿਲ ਜਾਣੀ ਆ। ਤੇ ਇਹ ਤੋਂ ਵਧੀਆ ਤਰੀਕਾ ਕੀ ਆ? ਮਤਲਬ ਤੁਸੀਂ ਇਹ ਦੇਖੋ ਵੀ ਫੋਰਨ ਸਿਟੀਜ਼ਨਸ਼ਿਪ ਪਾਉਣ ਵਾਸਤੇ ਇਹ ਲੋਕ ਕੀ ਕਰ ਰਹੇ ਆ। ਇਹ ਇੱਕ ਬੜਾ ਖਤਰਨਾਕ ਟ੍ਰੈਂਡ ਹੈ ਵੀ ਦੇਖੋ, ਪਹਿਲੇ ਤੇ ਦੇਖਦਾ ਵੀ ਆਮ ਟੂਰਿਸਟ ਵੀਜ਼ੇ ਤੇ ਨੌਜਵਾਨ ਬਾਹਰ ਜਾਂਦਾ ਹੈ, ਗਲਤ ਵੀਜ਼ੇ ਤੇ ਵੀ, ਅਵੈਧ ਤੌਰ ਤੇ ਵੀ ਜਾਂਦੇ ਨੇ। ਪਿਛਲੇ ਅਸੀਂ ਖਬਰ ਕੀਤੀ ਸੀ 700 ਬੱਚਾ ਜਿਹੜਾ ਉੱਥੇ ਗਿਆ ਕੈਨੇਡਾ, ਉੱਥੋਂ ਉਹਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮਤਲਬ ਮਨਿੰਦਰ ਸਿੰਘ ਬਿੱਟੇ ਨੇ ਵੀ ਜਿਹੜਾ ਇਹਦੇ ਤੇ ਕਿਹਾ ਵੀ ਇਹਦੀ CBI ਜਾਂਚ ਹੋਣੀ ਚਾਹੀਦੀ ਹੈ ਵੀ ਇਹ ਕੌਣ ਲੋਕ ਨੇ। ਤੇ ਸਿਮਰਨਜੀਤ ਸਿੰਘ ਨੇ ਚਿੱਠੀਆਂ ਲਿਖ ਕੇ ਕਿੰਨਾ ਪੈਸਾ ਜਿਹੜਾ ਜੁਟਾਇਆ, ਉਹ ਤੇ ਆਪ ਮੰਨੀ ਜਾਂਦੇ ਵੀ 35,000 ਤੇ 50,000 ਰੁਪਇਆ ਲੈਣਾ, ਇਹ 'ਚ ਹੁਣ ਜਾਂਚ ਕੀ ਕਰੂਗੀ। ਪਰ ਦੇਖੋ, ਇਹ ਖਤਰਨਾਕ ਟ੍ਰੈਂਡ ਹੈ। ਲੋਕ ਵੀ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਨੇ ਇਹ ਸਮਝ ਤੋਂ ਪਰੇ ਹੈ। ਤੇ ਪਰ ਗੱਲ ਇਹ ਫਿਰ ਉਹੀ ਆ ਜਾਂਦੀ ਹੈ ਵੀ ਸਾਡੀਆਂ ਸਰਕਾਰਾਂ, ਸਾਡੇ ਲੀਡਰ, ਸਾਡੇ ਅਫਸਰ ਸਾਹਿਬਾਨ, ਉਹਨਾਂ ਦਾ ਕੰਮ ਕੀ ਸੀ ਤੇ ਉਹ ਕੰਮ ਕਰਨ ਕੀ ਲੱਗ ਪਏ। ਭੰਡਾਰੀ ਸਾਹਿਬ, ਜਿਹੜੇ ਪੰਜਾਬ ਦੇ ਕਣਕ ਦੇ ਗੋਦਾਮ ਨੇ ਜਾਂ ਅਨਾਜ ਦੇ ਗੋਦਾਮ ਨੇ, ਉਹਨਾਂ ਤੇ ਕਾਫੀ ਆਰੋਪ ਲੱਗਦੇ ਰਹੇ ਨੇ। ਹੇਰਾ ਫੇਰੀ ਦੇ ਵੀ ਆਰੋਪ ਲੱਗੇ ਨੇ। ਕਈ ਵੱਡੇ ਜਿਹੜੇ ਅਫਸਰ ਵੀ ਉਹ ਵੀ ਇਹਦੇ ਰਡਾਰ ਸ਼ਾਮਲ ਰਹੇ, ਜਾਂਚਾਂ ਹੋਈਆਂ ਤੇ ਪਰ ਉਹ ਹੁੰਦਾ ਕੁਝ ਨਹੀਂ ਇਹਦੇ ਵਿੱਚ, ਹਮੇਸ਼ਾ ਲੀਪਾ ਪੋਥੀ ਹੋ ਜਾਂਦੀ ਇਹਦੇ 'ਚ। ਦੇਖੋ, ਫੂਡ ਐਂਡ ਸਪਲਾਈ ਡਿਪਾਰਟਮੈਂਟ ਜਿਹੜਾ ਮੋਸਟ ਕਰਪਟ ਡਿਪਾਰਟਮੈਂਟ ਆ। ਫੂਡ ਸਪਲਾਈ ਦੇ ਮੰਤਰੀ ਹੀ ਭਾਰਤ ਭੂਸ਼ਣ ਆਸ਼ੂ ਰਹੇ, ਟਰਾਂਸਪੋਰਟੇਸ਼ਨ ਘਟਾਲਾ ਹੋਇਆ, ਇੱਕ ਵੱਡਾ ਅਫਸਰ ਦਾ ਨਾਂ ਆਇਆ ਰਕੇਸ਼ ਸਿੰਗਲਾ, ਉਹ ਵਿਦੇਸ਼ 'ਚ ਹੈ, ਉਹ ਨਹੀਂ ਆਇਆ। ਹੁਣ ਦੇਖੋ ਨਾ, ਇਹ ਹਮੇਸ਼ਾ ਇਹ ਸਾਹਮਣੇ ਤੇ ਆਉਂਦਾ ਵੀ ਸਰਕਾਰ ਜਿਹੜੀ ਗਰੀਬਾਂ ਵਾਸਤੇ ਅਨਾਜ ਭੇਜਦੀ ਹੈ, 30 ਕਿਲੋ ਅਨਾਜ ਇੱਕ ਬੰਦੇ ਨੂੰ ਮਿਲਣਾ ਹੁੰਦਾ ਹੈ ਮਹੀਨੇ ਦਾ, ਤੇ ਉਹ ਮਿਲਦਾ ਉਹਨੂੰ 25 ਕਿਲੋ। ਉੱਥੇ ਚੱਕੀਆਂ ਵਾਲੇ ਬੈਠੇ ਹੁੰਦੇ ਨੇ ਡੀਪੂ ਤੇ, ਚੱਕੀਆਂ ਵਾਲੇ ਤੇ ਡੀਪੂ ਵਾਲਿਆਂ ਦੀ ਸੰਡ ਗੰਢ ਹੈ। ਬਹੁਤ ਵਾਰੀ ਇਹ ਖਬਰਾਂ ਮੈਂ ਕੀਤੀਆਂ ਵੀ, ਖਬਰਾਂ ਪੁਸ਼ਟੀ ਵੀ ਹੋ ਗਈ, ਅਧਿਕਾਰੀ ਮੰਨ ਗਏ ਵੀ ਇਸ ਤਰ੍ਹਾਂ ਚੋਰੀ ਹੁੰਦੀ ਹੈ। ਸਾਬਕਾ ਡਿਪਟੀ CM ਓਮ ਪ੍ਰਕਾਸ਼ ਸੋਨੀ ਨੇ ਇੱਕ ਵਾਰੀ ਬਚਤ ਭਵਨ ਦੇ ਵਿੱਚ ਬੈਠਕ ਲਈ ਸੀ ਤੇ ਉੱਥੇ ਕਿਹਾ ਸੀ ਮੈਂ ਅਧਿਕਾਰੀ ਟੰਗਦੇ ਨੇ ਜੇ ਤੁਸੀਂ ਗਰੀਬਾਂ ਦਾ ਅਨਾਜ ਖਾਓਗੇ। ਪਰ ਹੁੰਦਾ ਕੁਝ ਨਹੀਂ। ਇਹ ਐਡੇ ਢੀਠ ਤੇ ਮੋਟੀ ਚਮੜੀ ਦੇ ਲੋਕ ਨੇ ਜਿਹੜੇ ਡੀਪੂ ਵਾਲੇ, ਚੱਕੀ ਵਾਲੇ ਤੇ ਇਹ ਮਿਲ ਕੇ ਆਪਸ ਦੇ ਵਿੱਚ ਫੂਡ ਸਪਲਾਈ ਡਿਪਾਰਟਮੈਂਟ ਦੇ ਲੋਕ ਪੈਸਾ ਖਾ ਰਹੇ ਨੇ, ਅਨਾਜ ਖਾ ਰਹੇ ਨੇ। ਇਹ ਤੇ ਸਰਕਾਰ ਨੂੰ ਚਾਹੀਦਾ ਕੋਈ ਇੱਕ ਜਿਹੜੀ ਹੈ ਨਾ ਕੋਈ ਕੰਸਟਰਕਟਿਵ ਪਲਾਨ ਬਣਾਉਣਾ ਚਾਹੀਦਾ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦਾ ਉਹ ਕਾਰਡ, ਉਹ ਲੋੜ ਹੀ ਨਹੀਂ ਉਹਨਾਂ ਨੂੰ ਵਾਲੇ ਕਾਰਡ ਦੀ, ਪਰ ਉਹ ਕਾਰਡ ਬਣਾ ਬੈਠੇ ਨੇ। ਹੁਣ ਤੁਹਾਨੂੰ ਇਹ ਵੀ ਯਾਦ ਹੋਣਾ ਵੀ ਕਿਸ ਤਰ੍ਹਾਂ ਜੰਡਿਆਲਾ ਗੁਰੂ ਦੇ ਸੀ, ਮੈਂ ਹੀ ਖਬਰ ਜਿਹੜੀ ਕੀਤੀ ਸੀਗੀ ਵੀ ਕਿੰਨੀਆਂ 1,93,000 ਤੋਂ ਵੱਧ ਜਿਹੜੀਆਂ ਬੋਰੀਆਂ ਜਿਹੜੀਆਂ ਗੈਪ ਸੀ, 87,000 ਤੋਂ ਵੱਧ ਕੁਇੰਟਲ ਤੋਂ ਵੱਧ ਜਿਹੜਾ ਅਨਾਜ ਸੀ, 20 ਕਰੋੜ ਰੁਪਏ ਦਾ ਜਿਹੜਾ ਕਰੀਬ ਬਣਦਾ। ਇੱਕ ਇੰਸਪੈਕਟਰ ਦਾ ਨਾਂ ਆਇਆ ਸੀ ਉਦੋਂ, ਪਰ ਉਹ ਇੰਸਪੈਕਟਰ ਸਾਹਿਬ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ। ਬੜੇ ਸਵਾਲ ਨੇ। ਬਹੁਤ ਸਾਰੀਆਂ ਮੇਰੇ ਮੇਡ ਕੰਮ ਕਰਦੀ, ਉਹ ਕਹਿ ਰਹੀ ਸੀ ਵੀ ਕਹਿੰਦੇ ਵੀ ਸਾਨੂੰ ਧੱਕੇ ਖਾ ਕੇ ਤੇ ਜਲੀਲ ਹੋ ਕੇ ਸਾਨੂੰ ਅਨਾਜ ਲੈਣਾ ਪੈਂਦਾ, ਡੀਪੂ ਵਾਲਿਆਂ ਕੋਲ ਤਰਲੇ ਮਾਰਨੇ ਪੈਂਦੇ ਆ, ਤੇ ਚੱਕੀ ਵਾਲਾ ਉੱਥੇ ਬੈਠਾ ਹੁੰਦਾ ਜਿਹੜਾ ਪਰਚੀ ਕੱਟ ਕੇ ਸਾਡੇ ਹੱਥ 'ਚ ਫੜਾਉਂਦਾ ਵੀ ਸਾਨੂੰ ਉੱਥੋਂ ਆ ਕੇ ਬਾਕੀ ਆਟਾ ਲੈ ਲਿਓ। ਮਤਲਬ ਪਹਿਲੇ 5 ਕਿਲੋ ਆਟਾ ਉਹ
ਜਿਹੜਾ ਕਣਕ ਉਹ ਘੱਟ ਦਿੰਦਾ ਡੀਪੂ ਵਾਲਾ, ਫਿਰ ਉਸ ਤੋਂ ਬਾਅਦ 5 ਕਿਲੋ ਜਿਹੜਾ ਚੱਕੀ ਵਾਲਾ ਘੱਟ ਦਿੰਦਾ, ਤੇ ਗਰੀਬ ਬੰਦਾ ਕਹਿੰਦਾ ਵੀ ਮੈਨੂੰ ਜੋ ਮਿਲਣ ਡਿਆ ਮੈਂ ਲੈ ਕੇ ਰੱਖ ਲਵਾਂ। ਇਸ ਕਰਕੇ ਪਰ ਸਰਕਾਰ ਨੂੰ ਇਹਦੇ ਤੇ ਕੋਈ ਕੰਸਟਰਕਟਿਵ ਪਲਾਨ ਬਣਾਉਣਾ ਚਾਹੀਦਾ। ਇਹ ਨਹੀਂ ਹੈ ਵੀ ਇਹ ਅਫਸਰਸ਼ਾਹੀ ਸਸਪੈਂਡ ਕਰ ਦਿਓ ਫਿਰ ਬਹਾਲ ਕਰ ਦਿਓ। ਬਹਾਲੀ ਸਸਪੈਂਸ਼ਨ ਦੇ ਚੱਕਰ ਦੇ ਵਿੱਚ ਬੇੜਾ ਗਰਕ ਹੋ ਗਿਆ ਮਾਸ਼ਰੇ ਦਾ। ਭ੍ਰਸ਼ਟਾਚਾਰ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਵੀ ਕਹਿ ਚੁੱਕੇ ਨੇ ਵੀ ਭ੍ਰਸ਼ਟਾਚਾਰ ਜਿਹੜਾ ਦੇਸ਼ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਚੁੱਕਾ ਹੈ। ਪਰ ਆਖਿਰਕਾਰ ਕੀ ਅਸੀਂ ਖੋਖਲਾ ਕਦੋਂ ਤੱਕ ਆਪਣੇ ਮੁਲਕ ਨੂੰ ਹੋਣ ਦਿਆਂਗੇ, ਇਹ ਵੀ ਬਹੁਤ ਵੱਡਾ ਸਵਾਲ ਹੈ। ਆਪਣੇ ਸਰ ਅੰਮ੍ਰਿਤਸਰ ਦੇ ਵਿੱਚ ਐਮਟੀਬੀ ਡਿਪਾਰਟਮੈਂਟ ਕਾਫੀ ਵਿਵਾਦਾਂ ਦੇ ਵਿੱਚ ਰਿਹਾ। ਜਿਹੜੀਆਂ ਇਲੀਗਲ ਬਿਲਡਿੰਗਾਂ ਇੱਥੇ ਬਣ ਜਾਂਦੀਆਂ ਪਰ ਉਹਨਾਂ ਤੇ ਕੋਈ ਪਾਰਕਿੰਗ ਨਹੀਂ ਕਿਸੇ ਕੋ, ਜਾਂ ਉਹਨੇ ਪਾਸ ਨਹੀਂ ਕਰਾਈ ਤੇ ਉਹ ਫਿਰ ਵੀ ਮਾਲੇ ਤੇ ਮਾਲੇ ਬਣਾਈ ਜਾ ਰਿਹਾ ਤੇ ਉਹਨੂੰ ਲੈ ਕੇ ਹੁਣ ਕਹਿ ਰਿਹਾ ਕਿ ਨਗਰ ਨਿਗਮ ਸਖਤ ਹੋ ਗਿਆ, ਹਰਕਤ ਵਿੱਚ ਆਇਆ ਤੇ ਕਾਰਵਾਈ ਕਰਨ ਦੀ ਸ਼ੁਰੂਆਤ ਸੀ, ਬਿਲਡਿੰਗਾਂ ਸੀਲ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਵੈਸੇ ਤੇ ਚੰਗੀ ਗੱਲ ਹੈ ਜੇ ਕਿਸੇ ਅਫਸਰ ਨੇ ਇਹ ਕੰਮ ਕੀਤਾ ਹੈ, ਕਿਉਂਕਿ ਉਹਨੂੰ ਸ਼ਾਇਦ ਉਹਦੀ ਵੀ ਆਤਮਾ ਜਾਗ ਗਈ ਹੋਵੇ ਵੀ ਮੈਂ ਜਿਹਨੂੰ ਸਰਕਾਰ ਮੈਨੂੰ ਜਿਹੜੇ ਕੰਮ ਲਈ ਪੈਸੇ ਦਿੰਦੀ ਹੈ ਵੀ ਯਾਰ ਮੈਂ ਉਹ ਕੰਮ ਤੇ ਕਰਾਂ। ਵੀ ਠੀਕ ਹੈ ਆਟੇ 'ਚ ਲੂਣ ਤੇ ਚੱਲਦਾ, ਪਰ ਇਹ ਨਹੀਂ ਨਾ ਵੀ ਸਰਕਾਰ ਨੂੰ ਤਾਂ ਕੁਝ ਬਣਾ ਦਿਓ ਵੀ ਸਾਰਾ ਮਾਲ ਜਿਵੇਂ ਪਹਿਲੇ ਲੈਂਦੇ ਰਹੇ ਵੀ ਮੈਂ ਵੀ ਲੈ ਕੇ ਵੀ ਇਹਨਾਂ ਨੂੰ ਬਣਨ ਦਿਆਂ। ਉਹਨਾਂ ਨੇ ਕੁਝ 8 ਬਿਲਡਿੰਗਾਂ ਸੀਲ ਕੀਤੀਆਂ। ਨਗਰ ਨਿਗਮ ਕਮਿਸ਼ਨਰ ਜਿਹੜੇ ਸੰਦੀਪ ਰਿਸ਼ੀ ਵੀ ਸਖਤ ਨੇ ਖਾਸੇ, ਤੁਹਾਨੂੰ ਯਾਦ ਹੋਣਾ ਸੀ ਅੱਗੇ ਵੀ ਖਬਰ ਕੀਤੀ ਸੀ ਵੀ ਲਾਰੈਂਸ ਰੋਡ ਤੇ ਇੱਕ ਬਿਲਡਿੰਗ ਬਣ ਰਹੀ ਹੈ, 5 ਮੰਜ਼ਿਲਾ ਬਿਲਡਿੰਗ ਬਣ ਗਈ, 2 ਮੰਜ਼ਿਲਾ ਉਹਦੀ ਪਾਸ ਹੈ। ਕਈ ਵਾਰਾਂ ਉਹਨੂੰ ਸੀਲ ਕੀਤਾ ਗਿਆ, ਕਈ ਵਾਰਾਂ ਖੋਲ੍ਹਤਾ ਗਿਆ। ਵੀ ਇਹ ਚੂਹੇ ਬਿੱਲੀ ਦਾ ਖੇਡ ਜਿਹੜਾ ਜਾਰੀ ਹੈ, ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਜਿੰਨਾ ਚਿਰ ਕਾਰਵਾਈ ਸਖਤ ਨਹੀਂ ਹੋਏਗੀ। ਮੈਨੂੰ ਨਹੀਂ ਲੱਗਦਾ ਅੱਜ ਤੱਕ ਕਦੀ ਇਹਨਾਂ ਨੇ ਕਿਸੇ ਦੀ ਅਵੈਧ ਬਿਲਡਿੰਗ ਜਿਹੜੀ ਬਣੀ ਹੋਏ ਜਾਂ ਅਵੈਧ ਹੋਟਲ ਬਣਿਆ ਹੋਵੇ ਕਾਰਪੋਰੇਸ਼ਨ ਨੇ ਢਾਇਆ ਹੋਵੇ ਵੀ ਤਾਂ ਕਿ ਆਸ-ਪਾਸ ਇੱਕ ਮੈਸੇਜ ਚਲਾ ਜਾਏ। ਇਹ ਛੋਟੇ ਬੰਦੇ ਰੇਹੜੀ ਵਾਲਿਆਂ ਤੇ ਕਾਰਵਾਈ ਕਰ ਦੇਣਗੇ, ਕਿਸੇ ਨੇ ਮਾੜਾ ਜਿਹਾ ਫੁੱਟਪਾਥ ਮਿਲਿਆ ਉਹ ਤੇ ਕਾਰਵਾਈ ਕਰ ਦੇਣਗੇ, ਇਹਨੇ ਕੋਈ ਗੇਟ ਲਾਇਆ ਉਹ ਲਾਣ ਚੱਲ ਜਾਣਗੇ, ਪਰ ਇਹਨਾਂ ਨੂੰ ਕੋਈ ਅਸਰ ਨਹੀਂ। ਪਰ ਹੁਣ ਦੇਖੋ ਜਿਵੇਂ ਸੰਦੀਪ ਰਿਸ਼ੀ ਨੇ ਜੇ ਐਕਸ਼ਨ ਲਿਆ, ਉਮੀਦ ਕੀਤੀ ਜਾ ਸਕਦੀ ਹੈ ਤੇ ਉਹ ਵੀ ਉਮੀਦ ਕੀਤੀ ਜਾ ਸਕਦੀ ਵੀ ਜਿਹੜੇ ਹਾਈ ਕੋਰਟ ਤੇ ਤੁਹਾਡੇ ਮਾਮਲੇ ਜਿਹੜੇ ਚੱਲਣ ਡਏ ਨਾ, ਜਿਹੜੇ ਤੁਹਾਡੇ ਤੇ ਕੰਟੈਂਪਟ ਆਫ ਕੋਰਟਾਂ ਪਈਆਂ ਹੋਈਆਂ ਹਾਈ ਕੋਰਟ ਦੇ ਵਿੱਚ, ਤੁਸੀਂ ਜਵਾਬ ਦੇਣਾ ਨਹੀਂ ਬਣਦਾ ਪਿਆ, ਉਹਦੇ ਤੇ ਵੀ ਕੋਈ ਕਾਰਵਾਈ ਕਰੋ। ਨਹੀਂ ਤੇ ਲੱਗੂਗਾ ਇਸ ਤਰ੍ਹਾਂ ਹੀ ਵੀ ਤੁਹਾਨੂੰ ਇੱਥੋਂ ਮਾਲ ਨਹੀਂ ਆਇਆ ਤੇ ਤੁਸੀਂ ਤਾਂ ਕਾਰਵਾਈ ਕਰ ਰਹੇ ਹੋ। ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਓ। ਅਫਸਰਾਂ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ, ਸਰਕਾਰ ਤੁਹਾਨੂੰ ਉਹਦਾ ਪੂਰਾ ਪੈਸਾ ਦਿੰਦੀ ਹੈ, ਨੌਕਰੀ ਤੁਸੀਂ ਕਰਦੇ ਹੋ, ਜਨਤਾ ਦੇ ਦਿੱਤੇ ਟੈਕਸ ਤੋਂ ਤੁਹਾਨੂੰ ਜਿਹੜਾ ਹੈ ਉਹ ਵੇਤਨ ਮਿਲਦਾ ਹੈ ਤੇ ਤੁਸੀਂ ਉਸ ਜਨਤਾ ਨਾਲ ਕਿਵੇਂ ਧਰੋਹ ਕਰ ਰਹੇ ਹੋ। ਪਾਰਕਿੰਗ ਨਹੀਂ ਹੈਗੀ ਕਿਤੇ, ਸ਼ਹਿਰ ਦਾ ਬੁਰਾ ਹਾਲ ਹੈ। ਜੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ, ਆਪਣੇ ਤੇ ਇਹਨਾਂ ਨੇ ਅਫਸਰਾਂ ਨੇ ਤੇ ਲੀਡਰਾਂ ਨੇ ਨਿਆਣੇ ਦਿੱਤੇ ਭੇਜ ਬਾਹਰ, ਲੈਣੇ ਦਿੱਤੇ ਆਮ ਬੰਦੇ ਤੇ ਨਿਆਣੇ ਆ ਵੀ ਨਾ ਉਹਨਾਂ ਨੂੰ ਸੜਕ ਤੇ ਚੱਲਣ ਨੂੰ ਥਾਂ ਮਿਲਣੀ ਹੈ, ਫੁੱਟਪਾਥਾਂ ਤੇ ਕਬਜ਼ੇ ਨੇ ਕੌਣ ਨਹੀਂ ਜਾਣਦਾ। ਇਸ ਕਰਕੇ ਚਲੋ ਇੱਕ ਚੰਗੀ ਸ਼ੁਰੂਆਤ ਹੈ, ਜੇ ਚੰਗਾ ਇਹਨਾਂ ਨੇ ਕੰਮ ਕੀਤਾ ਹੈ, ਪਰ ਇਹ ਨਹੀਂ ਹੈ ਵੀ ਇਸ ਕਰਕੇ ਸੀਲ ਕੀਤੀਆਂ ਹੁਣ ਵੀ ਸਾਨੂੰ ਸਾਡੀ ਫੀਸ ਨਹੀਂ ਆਈ, ਵੀ ਫੀਸ ਆ ਗਈ ਤੇ ਖੋਲ ਦਿਓ, ਤੇ ਸੀਲ ਕੀਤੀਆਂ ਤੇ ਉਹਨਾਂ ਨੂੰ ਸੀਲ ਹੀ ਰਹਿਣ ਦਿਓ। ਜੀ ਆਪਣੇ ਸਾਹਿਬ, ਪੰਜਾਬ ਪੁਲਿਸ ਨੇ 14 ਅਪ੍ਰੈਲ ਤੱਕ ਆਪਣੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ। ਹਾਂਜੀ, ਦੇਖੋ ਤੁਹਾਨੂੰ ਯਾਦ ਹੀ ਹੋਣਾ ਕਿ ਕਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਸ ਵੇਲੇ ਪੰਜਾਬ ਪੁਲਿਸ ਪੱਬਾਂ ਪਾਰ ਹੋਈ ਹੈ। ਅੰਮ੍ਰਿਤਪਾਲ ਸਿੰਘ ਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਅੱਜ ਵੀ ਉੱਥੇ ਬੁਲਾਇਆ ਗਿਆ ਵਿਸ਼ੇਸ਼ ਇਕੱਤਰਤਾ ਸਮਾਗਮ ਜਥੇਦਾਰ ਸਾਹਿਬ ਵੱਲੋਂ ਬੁਲਾਇਆ ਗਿਆ ਸੀਗਾ। ਹੁਣ ਡੀਜੀਪੀ ਸਾਹਿਬ ਨੇ ਛੁੱਟੀਆਂ ਜਿਹੜੀਆਂ 14 ਅਪ੍ਰੈਲ ਤੱਕ ਸਾਰੀਆਂ ਜਿਹੜੀਆਂ ਉਹ ਰੱਦ ਕਰਤੀਆਂ ਗਈਆਂ, ਕਿਉਂਕਿ ਇਹ ਕਿਹਾ ਜਾ ਰਿਹਾ ਵੀ ਅੰਮ੍ਰਿਤਪਾਲ ਸਿੰਘ 14 ਤਰੀਕ ਵਿਸਾਖੀ ਵਾਲੇ ਦਿਨ ਕਿਤੇ ਨਾ ਕਿਤੇ ਸਰੈਂਡਰ ਕਰ ਸਕਦਾ ਹੈ। ਪਹਿਲੇ ਰੌਲਾ ਪਿਆ ਸੀ ਸ਼੍ਰੀ ਅਤੇ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਰੈਂਡਰ ਕਰੇਗਾ, ਬਹੁਤ ਸਾਰੀ ਫੋਰਸ ਵੀ ਲਾ ਦਿੱਤੀ ਗਈ ਸੀ। ਜਿਵੇਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਜਥੇਦਾਰ ਸਾਹਿਬ ਨੂੰ ਤੁਸੀਂ ਸਰਬੱਤ ਖਾਲਸਾ ਸੰਮੇਲਨ ਬੁਲਾਓ, ਉਸ ਸੰਮੇਲਨ ਬਣਾਉਣ ਦੀ ਸੰਭਾਵਨਾ ਤੇ ਬਿਲਕੁਲ ਜ਼ੀਰੋ ਹੋ ਗਈ ਹੈ। ਪਰ ਇਹਨੂੰ ਵੇਖ ਕੇ ਸਰਕਾਰ ਜਿਹੜੀ ਕੋਈ ਵੀ ਹੈ ਕੋਈ ਜਿਹੜਾ ਹਲਕੇ 'ਚ ਨਹੀਂ ਲੈਣਾ ਚਾਹੁੰਦੀ। ਇਸ ਕਰਕੇ ਡੀਜੀਪੀ ਜਿਹੜੇ ਗੌਰਵ ਯਾਦਵ ਨੇ ਉਹਨਾਂ ਨੇ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ। ਇਹ ਸਨ ਦੀਪਕ ਭੰਡਾਰੀ ਜਿਨ੍ਹਾਂ ਨਾਲ ਅਸੀਂ ਅੱਜ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ। ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਆਵਾਂਗੇ। ਤਦ ਤੱਕ ਲਈ ਸਾਨੂੰ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ। ਨਮਸਕਾਰ, ਸਤਿ ਸ਼੍ਰੀ ਅਕਾਲ।